ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੌਨ ਪੁਰ ਬਰੇ ਨਾ ਆਏਗਾ ਬਾਹਰ ਬਾਸਰ ਰਹਿਣਾ ਸਮਾ ਬਿਤਾਵਹਿ ਸਤਿਗੁਰੂ ਸ੍ਰੀ ਅੰਗਦ ਸੁਨ ਬੈਨਾ ਪੌਨ ਪੁਰ ਬਰੇ ਨਾ ਆਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਸੱਜ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੀ ਤੁਰਕੀ ਬਾਣੀ ਕੇ ਜਾਪ ਸਰਵਣ ਹੋਏ ਹੈ। ਨਿਤ ਦੀ ਮਰਿਆਦਾ ਅਨੁਸਾਰ ਜੋ ਗੁਰ ਇਤਿਹਾਸ ਕਥਾ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ। ਹੁਣ ਉਸ ਕਥਾ ਦਾ ਸਮਾਂ ਹੋਇਆ। ਜਿਵੇਂ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੱਸ ਅਤੇ ਸਹੁਰਾ ਮੂਲ ਚੰਦ ਅਤੇ ਚੰਦੂ ਰਾਣੀ ਆਏ। ਗੁਰੂ ਨਾਨਕ ਸਾਹਿਬ ਜੀ ਆਪਣੀ ਮੌਜ ਵਿੱਚ ਭੈਣ ਨਾਨਕੀ ਜੀ ਦੇ ਘਰ ਵਿੱਚ ਰਹਿ ਰਹੇ ਹੈ। ਇੱਧਰ ਤੇ ਬਹੁਤ ਜ਼ਿਆਦਾ ਮੂਲ ਚੰਦ ਨੂੰ ਗੁੱਸਾ ਹੈ, ਚੰਦੂ ਰਾਣੀ ਨੂੰ ਹੀ। ਜਦੋਂ ਆਏ ਹੈ ਗੁਰੂ ਜੀ ਨੂੰ ਵੇਖਦਿਆਂ ਸਾਰ ਬੋਲ ਕਬੋਲ ਬੋਲਣੇ ਸ਼ੁਰੂ ਕਰ ਦਿੱਤੇ। ਕਿਆ ਹੁਣ ਜਿਹੜਾ ਭੇਖ ਹੈ ਫਕੀਰਾਂ ਵਾਲਾ ਸਾਨੂੰ ਦਿਖਾਉਣਾ ਹੈ? ਜੇ ਫਕੀਰ ਹੀ ਬਣਨਾ ਸੀ, ਸਾਧੂ ਹੀ ਬਣਨਾ ਸੀ, ਤੇ ਆ ਵਿਆਹ ਕਿਉਂ ਕਰਵਾਇਆ ਹੈ? ਵਿਆਹ ਕਰਵਾ ਲਿਆ, ਗਾਂ ਬੱਚੇ ਹੋ ਗਏ ਹੈ, ਉਹ ਵੀ ਦੁਖੀ, ਸਾਡੀ ਧੀ ਵੀ ਦੁਖੀ, ਅਸੀਂ ਵੀ ਦੁਖੀ। ਗੁਰੂ ਜੀ ਦੀ ਜੇ ਸੱਸ ਹੈ ਤੇ ਉਹ ਵੀ ਇਸੇ ਤਰ੍ਹਾਂ ਹੀ। ਕਿ ਮੈਂ ਦੇਖ ਲਿਆ ਵੀ ਪਰਿਵਾਰ ਵੱਡਾ ਹੋ ਰਿਹਾ ਹੈ, ਦਿਖ ਰਿਹਾ ਤੁਹਾਨੂੰ ਵੀ ਅਸੀਂ ਖਰਚਾ ਪੱਠਾ ਦੇਣੀ ਹੋਣਾ ਹੈ, ਅਤੇ ਹੁਣ ਸਾਧੂ ਬਣ ਕੇ ਬਹਿ ਜਾਈਏ।
ਘਰ ਨੂੰ ਉਜਾੜਨ ਵਾਲੇ ਹੋ ਤੁਸੀਂ ਦੇ। ਇਸ ਤਰ੍ਹਾਂ ਬਹੁਤ ਜਿਹੜੇ ਨਾ ਬੋਲਣ ਵਾਲੀਆਂ ਗੱਲਾਂ ਉਹ ਬੋਲੀਆਂ। ਭਾਈ ਸੰਤੋਖ ਸਿੰਘ ਜੀ ਨੇ ਬਿਲਕੁਲ ਉਸੇ ਤਰ੍ਹਾਂ ਨਕਸ਼ਾ ਉਤਾਰਨ ਕੀਤਾ ਹੈ ਜਿਵੇਂ ਜਿਵੇਂ ਉਸ ਸਮੇਂ ਪ੍ਰਸੰਗ ਹੋਇਆ। ਗੁਰੂ ਮਹਾਰਾਜ ਜੀ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜਿਹੜੇ ਪਰਮੇਸ਼ਰ ਦੇ ਮਾਰਗ 'ਤੇ ਚੱਲਣਾ, ਰਸਤੇ 'ਤੇ ਪੈਣਾ ਹੈ, ਅਤੇ ਇਸ ਤਰ੍ਹਾਂ ਦੇ ਜਿਹੜੇ ਅਗਿਆਨੀ ਲੋਕ ਵਿਰੋਧੀ ਹੋ ਜਾਂਦੇ ਹੈ। ਨਹੀਂ ਤਾਂ ਭਲਾ ਗੁਰੂ ਨਾਨਕ ਸਾਹਿਬ ਜੀ ਅੱਗੇ ਉਹ ਕੀ ਸਨ, ਮੂਲ ਚੰਦ ਅਤੇ ਚੰਦੋ ਰਾਣੀ, ਮਹਾਰਾਜ ਜੀ ਦੇ ਇੱਕ ਵਚਨ ਦਾ ਜਵਾਬ ਨਹੀਂ ਸੀ ਦੇ ਸਕਦੇ, ਪਰ ਉਹਨਾਂ ਨੂੰ ਅਗਿਆਨ ਕਰਕੇ ਇਹ ਕੁਝ ਬੋਲੀ ਜਾਂਦੇ ਹੈ। ਮੁੱਕਦੀ ਗੱਲ ਵੀ ਅਗਿਆਨੀਆਂ ਦੇ ਘਰ ਜੇ ਪਰਮੇਸ਼ਰ ਵੀ ਆ ਜਾਵੇ, ਪਰਮਾਤਮਾ ਆਪ ਵੀ ਆ ਜਾਵੇ, ਤਾਂ ਉਹ ਲੋਕ ਗਾਲਾਂ ਕੱਢ ਹੀ ਦਿੰਦੇ ਰੱਬ ਨੂੰ ਨੇ, ਉਹ ਨਹੀਂ ਬਖਸ਼ਦੇ ਕਿਸੇ ਨੂੰ। ਬੇਸਮਝੀ ਕਰਕੇ ਆਵਾ ਤਵਾ ਬੋਲ ਹੀ ਦਿੰਦੇ ਹਨ। ਫਿਰ ਅਸੀਂ ਦੇ ਕਿਸ ਪਾਣੀ ਹਾਰ ਹਾਂ, ਆਮ ਜੀਵ ਮਹਾਰਾਜ ਜੀ ਦੇ ਚੁੱਪ ਕੀਤੇ ਰਹੇ। ਨਦੀ 'ਤੇ ਇਸ਼ਨਾਨ ਕਰਨ ਜਾਂਦੇ ਸੀ, ਵੇਈ ਨਦੀ 'ਤੇ। ਜਦੋਂ ਉੱਥੇ ਗਏ ਹੈ, ਇੱਕ ਖੱਤਰੀ ਜਿਹੜਾ ਸੀ ਉਹ ਬੈਠਾ ਹੋਇਆ ਸੀ ਅਤੇ ਆਉਂਦੇ ਜਾਂਦੇ ਰਾਹੀਆਂ ਕੋਲੋਂ ਮਸੂਲੀ ਲੈਂਦਾ ਸੀ, ਜਗਾਤ, ਟੈਕਸ। ਇੱਕ ਬ੍ਰਾਹਮਣ ਵਿਚਾਰਾ ਗਰੀਬ ਬੜਾ ਜਿਹਾ ਗਾਂ ਨੂੰ ਲੈ ਕੇ ਆ ਰਿਹਾ ਸੀ। ਇਹਨੇ ਰੋਕ ਲਿਆ ਖੱਤਰੀ ਨੇ, ਕਹਿੰਦਾ ਵੀ ਇਹ ਬਿਨ ਸੁੱਕੀ ਗਾਂ ਲੈ ਕੇ ਲੰਘ ਚੱਲਿਆ, ਆ ਪੈਸੇ ਭਰ ਇੱਥੇ ਟੈਕਸ ਦੇ। ਉਹ ਬ੍ਰਾਹਮਣ ਕੋਲ ਇੰਨੇ ਪੈਸੇ ਹੈ ਕੋਈ ਨਹੀਂ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਰੋਕ ਨੂੰ ਹਟਾਉਣ ਵਾਸਤੇ ਕਿ ਬ੍ਰਾਹਮਣ ਦੇ ਨਾਲ ਇਹ ਖੱਤਰੀ ਕੀ ਕਰ ਰਿਹਾ ਹੈ, ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਕੇ ਸਿੱਖਿਆ ਦਿੱਤੀ ਉਸ ਖੱਤਰੀ ਨੂੰ, ਗਊ ਬ੍ਰਾਹਮਣ ਕਉ ਕਰ ਲਾਵਹੁ ਗੋਬਰ ਤਰਨ ਨਾ ਜਾਈ। ਵੀ ਖੱਤਰੀਆ, ਗਾਂ ਨੂੰ ਤੁਸੀਂ ਮਾਂ ਕਹਿੰਦੇ ਹੋ ਕਿ ਮਾਤਾ ਹੈ, ਗਊ ਮਾਤਾ। ਬ੍ਰਾਹਮਣ ਜਿਹੜਾ ਹੈ ਇਹ ਸਾਡਾ ਗੁਰੂ ਹੈ, ਅਤੇ ਉਸੇ ਬ੍ਰਾਹਮਣ ਗੁਰੂ ਨੂੰ ਅਤੇ ਮਾਤਾ ਨੂੰ ਤੁਸੀਂ ਟੈਕਸ ਲਾ ਰਹੇ ਹੋ। ਹੁਣ ਫੋਸ ਜੇ ਉਹਨੇ ਗੋਬਰ ਕੀਤਾ ਗਾਂ ਨੇ, ਅਤੇ ਚੁੱਲ੍ਹੇ ਉਸੇ ਵੇਲੇ ਚੌਂਕਾ ਦੇ ਲਿਆ ਹੈ, ਗੋਬਰ ਫੇਰ ਲਿਆ ਹੈ। ਅਤੇ ਇਸ ਤਰ੍ਹਾਂ ਦੇ ਜਿਹੜਾ ਹੈ ਗੋਬਰ ਤਰਨ ਨਾ ਜਾਈ, ਗੋਬਰ ਫੇਰਿਆਂ 'ਤੇ ਤਰਿਆ ਨਹੀਂ ਜਾਣਾ ਹੈ। ਗੁਰੂ ਜੀ ਨੇ ਹੋਰ ਵੀ ਬਚਨ ਆਖੇ, ਗੋਬਰ ਤਰਨਾ ਜਾਈ, ਟਿੱਕਾ ਤੈ ਜਬ ਮਾਲੀ, ਧਾਨ ਮਲੇਛਾ ਖਾਈ। ਧੋਤੀ ਟਿੱਕਾ ਤੈ ਜਬ ਮਾਲੀ, ਵੀ ਤੇੜ ਧੋਤੀ ਬੰਨੀ ਹੈ, ਮੱਥੇ 'ਤੇ ਟਿੱਕਾ ਲਾਇਆ ਹੈ, ਹੱਥ ਵਿੱਚ ਜਪਣ ਵਾਲੀ ਮਾਲਾ ਫੜੀ ਹੈ, ਧਾਨ ਮਲੇਛਾ ਖਾਹੀ। ਅੰਨ ਅਤੇ ਮਲੇਛਾ ਉਹ ਤੁਰਕਾਂ ਦਾ ਹੀ ਖਾਨਾ ਹੈ। ਹੋ ਕੇ ਖੱਤਰੀ ਅੰਦਰ ਪੂਜਾ ਪੜ੍ਹੇ ਕਤੇਬਾ, ਸੰਜਮ ਤੁਰਕਾ ਭਾਈ। ਅੰਦਰ ਖਾਤੇ ਜਿਹੜਾ ਇੱਕ ਪੁਰਾਣ ਪੜ੍ਹਦਾ ਹੈ, ਵੇਦ ਪੜ੍ਹਦਾ ਹੈ, ਅਤੇ ਤੁਰਕਾਂ ਦੇ ਸਾਹਮਣੇ ਕਿਤਾਬ ਪੜ੍ਹ ਕੇ ਉਹਦਾ ਸਾਥੀ ਬਣ ਕੇ ਦਿਖਾਉਣਾ, ਸੰਜਮ ਤੁਰਕਾ ਭਾਈ। ਭਰਾਵਾ ਤੇਰਾ ਇਹ ਜਿਹੜਾ ਢੰਗ ਤਰੀਕਾ ਸਾਰਾ ਮੁਸਲਮਾਨਾਂ ਵਾਲਾ ਹੀ ਹੈ। ਗੁਰੂ ਮਹਾਰਾਜ ਜੀ ਕਹਿੰਦੇ, ਛੋਡੀ ਲੇਪਾ ਖੰਡਾ ਨਾਮ ਲੈ ਜਾਹੇ ਤਰੰਦਾ। ਇਸ ਕਰਕੇ ਆ ਪਖੰਡ ਜਿਹੜਾ ਛੱਡ, ਨਾ ਪਰਮੇਸ਼ਰ ਦਾ ਲੈ, ਇਸ ਨਾਲ ਪਾਰਦਾਰਾ ਹੋਣਾ ਹੈ। ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਏ ਤਿੰਨ ਗਲ ਤਾਗ। ਤਿੰਨ ਕਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪਿਆਵੇ ਉਹੀ ਸਾਧ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਹਾਹਾਰ। ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਾ ਸਾਈ। ਨੀਲ ਬਸਤਰ ਲੈ ਪਹਿਰੇ, ਨੀਲ ਬਸਤਰ ਲੈ ਪਹਿਰ ਪੁਰਾਣ। ਗੁਰੂ ਜੀ ਨੇ ਸ਼ਬਦ ਰਾਹੀਂ ਚੰਗੀ ਜਿਹੜੀ ਸਾਧ ਸੰਗਤ ਜੀ ਉਹ ਸਿੱਖਿਆ ਦਿੱਤੀ ਕਿ ਨੀਲ ਬਸਤਰ ਪੈਰ ਹੋਵੇ ਪਰਵਾਨ, ਮਲੇਸ਼ ਧਾਨ ਲੈ ਪੂਜੈ ਪ੍ਰਾਣ। ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਜਿਹੜੀ ਨਾ ਬੋਲਣ ਵਾਲੀ ਭਾਸ਼ਾ ਭਾਵ ਕਲਮਾ ਪੜ੍ਹਿਆ ਹੋਇਆ, ਇਲਲਿਲਾ ਬਿਸਮਿਲ੍ਲਾ, ਅਤੇ ਕੋਇਆ ਹੋਇਆ ਬੱਕਰਾ ਖਾ ਲੈਂਦਾ ਹੈ ਤੂੰ।
ਤੇ ਗੋਬਰ ਦਾ ਜਿਹੜਾ ਗੋਬਰ ਹੈ ਗਾਂ ਦਾ ਫੇਰ ਕੇ ਚੌਂਕਾ ਦੇ ਕੇ ਕਹਿਣਾ ਵੀ ਕੋਈ ਜਾਵੇ ਨਾ ਉੱਥੇ, ਸਾਡਾ ਚੌਂਕਾ ਪਿੱਟਿਆ ਜਾਊਗਾ। ਚੌਂਕਾ ਦੇ ਕੇ ਗੋਬਰ ਫੇਰ ਕੇ ਕਾਰਾਂ ਦੀਆਂ ਲਕੀਰਾਂ ਕੱਢ ਦਿੱਤੀਆਂ ਜਾਂਦੀਆਂ। ਕਿਹਾ ਜਾਂਦਾ ਵੀ ਇਹਦੇ ਵਿੱਚ ਕੋਈ ਆਵੇ ਨਾ, ਤੇ ਗੁਰੂ ਸਾਹਿਬ ਜੀ ਕਹਿੰਦੇ ਉੱਪਰ ਆਏ ਬੈਠੇ ਕੂੜਿਆਰ, ਤੇਰੇ ਵਰਗੇ ਬ੍ਰਾਹਮਣ ਤੇ ਖੱਤਰੀ ਜਿਹੜੇ ਝੂਠ ਦਾ ਘਰ ਆ ਬੈਠਦੇ ਐ ਤੇ ਦੂਸਰਿਆਂ ਨੂੰ ਕਹਿੰਦੇ ਐ ਮਤ ਪਿੱਟੈ ਵੈ ਮਤ ਪਿੱਟੈ, ਮਤਾਂ ਛੂ ਜਾਇਓ, ਮਤਾਂ ਕਿਤੇ ਸਾਨੂੰ ਛੂ ਜਾਇਓ, ਇਹ ਅੰਨ ਸਾਡਾ ਫਿੱਟਾ ਹੈ। ਇਹ ਜਿਹੜਾ ਅੰਨ ਬਣਾਇਆ ਹੋਇਆ ਕਿਤੇ ਸਾਡਾ ਫਿੱਟਿਆ ਨਾ ਜਾਵੇ, ਤੁਹਾਡੇ ਛੂਣੇ ਕਰਕੇ, ਚੌਂਕੇ 'ਚ ਵੜਨੇ ਕਰਕੇ। ਮਹਾਰਾਜ ਕਹਿੰਦੇ ਖੱਤਰੀਆ ਅਸਲ ਵਿੱਚ ਤੇ ਤਨ ਫਿੱਟੇ ਫੇੜ ਕਰੇਣ, ਮਨ ਝੂਠੇ ਚੁਲੀ ਭਰੇਣ। ਸਰੀਰ ਜਿਹੜਾ ਹੈ ਇਹ ਫਿੱਟਿਆ ਹੋਇਆ ਹੈ, ਵਿਕਾਰਾਂ ਕਰਕੇ ਧਰਕਾਰਿਆ ਹੋਇਆ, ਧਰਕਾਰਾਂ ਵਾਲੇ ਕੰਮ ਕਰਦੇ ਹੋ। ਮਨ ਝੂਠਾ ਹੈ, ਚੋਲੀਆਂ ਭਰ ਕੇ, ਉਹ ਪਹਿਲਾਂ ਸ਼ਲੋਕ ਪੜ੍ਹ ਕੇ ਚੋਲੀਆਂ ਭਰ ਕੇ ਮੂੰਹ ਸੁੱਚਾ ਕਰਦੇ ਹੋ। ਇਸ ਨਾਲ ਤੇ ਕੁਝ ਨਹੀਂ ਹੁੰਦਾ ਹੈ। ਕਹੋ ਨਾਨਕ ਸੱਚ ਧਿਆਈਐ। ਅਸਲ ਵਿੱਚ ਜੋ ਗੱਲ ਉਹਦੇ ਸੱਚ ਪਰਮੇਸ਼ਰ ਨੂੰ ਧਿਆਉਣਾ ਕਰੀਏ। ਸੁੱਚ ਹੋਵੇ ਤਾਂ ਸੱਚ ਪਾਈਐ, ਜਾ ਸੁੱਚ ਹੋਵੇ, ਜੇ ਸੁੱਚ ਹੋਵੇ ਅੰਦਰ ਬਾਹਰ ਦੀ ਤਾਂ ਸੱਚ ਪਰਮੇਸ਼ਰ ਨੂੰ ਪਾਈਦਾ ਹੈ। ਇਹ ਸਿੱਖਿਆ ਦਿੱਤੀ ਮਹਾਰਾਜ ਜੀ ਨੇ। ਇਹ ਖੱਤਰੀ ਉਸੇ ਵੇਲੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ, ਕਹਿੰਦਾ ਮਹਾਰਾਜ ਭੁੱਲਿਆ ਹੋਇਆ ਸਾਂ, ਮਾਇਆ ਦਾ ਲਾਲਚ ਸੀ ਜਿਹਦੇ ਕਰਕੇ ਆ ਗਊ ਨੂੰ ਵੀ ਅਤੇ ਬ੍ਰਾਹਮਣ ਨੂੰ ਵੀ ਟੈਕਸ ਲਾ ਰਿਹਾ ਸੀ, ਮੈਨੂੰ ਮਾਫ਼ ਕਰੋ। ਆਪ ਜੀ ਨੇ ਸਾਰੇ ਦੁੱਖ ਦਲਿੱਦਰ ਦੂਰ ਕਰੋ। ਗੁਰੂ ਜੀ ਨੇ ਮਿਹਰ ਭਰੀ ਨਜ਼ਰ ਨਾਲ ਜੰਮਣ ਮਰਨ ਕੱਢ ਦਿੱਤਾ ਹੈ। ਇਹਦੇ ਸਾਰੇ ਮੋਹ ਮਮਤਾ ਤੋਂ ਦੂਰ ਕਰ ਦਿੱਤਾ ਹੈ, ਬੰਧਨਾਂ ਤੋਂ। ਇਹ ਆਪਾਂ ਉਪਦੇਸ਼ ਸਰਵਣ ਕੀਤੇ ਸੀ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਨ ਪੁਰ ਬਰੇ ਨਾ ਆਏਗਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇਸ ਖੱਤਰੀ ਨੂੰ ਤਾਰ ਕਰਕੇ ਇਹਦੇ 'ਤੇ ਮਿਹਰ ਭਰੀ ਦ੍ਰਿਸ਼ਟੀ ਕਰਕੇ ਜੰਗਲਾਂ ਵਿੱਚ ਚਲੇ ਗਏ ਹੈ। ਪੁਨः ਫਿਰ ਸੁਲਤਾਨਪੁਰ ਹੈ ਜੋ ਸ਼ਹਿਰ, ਉਸ ਸ਼ਹਿਰ ਦੇ ਵਿੱਚ ਆ ਕਰਕੇ ਮਹਾਰਾਜ ਜੀ ਬਾਅਦ ਵਿੱਚ ਪ੍ਰਵੇਸ਼ ਨਹੀਂ ਹੋਏ। ਬਾਹਰ ਬਾਸੁਰ ਰਹਿਣਾ। ਰਾਤ ਦਿਨ, ਭਾਵੇਂ ਰਾਤ ਹੋਵੇ ਦਿਨ ਹੋਵੇ, ਗੁਰੂ ਸਾਹਿਬ ਜੀ ਉਹ ਬਾਹਰ ਜਾਂ ਤੇ ਵੇਈ ਨਦੀ ਦੇ ਕੋਲ ਰਹਿੰਦੇ ਹੈ ਜਾਂ ਜੰਗਲ ਦੇ ਆਸ-ਪਾਸ ਹੀ ਰਹਿੰਦੇ ਹਨ। ਸਮਾਂ ਬਿਤਾਵਹਿ ਸਤਿਗੁਰੂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਐਸੇ ਮਹਾਰਾਜ ਆਪਣੀ ਇਸ ਜਿਹੜੀ ਸਰੀਰ ਦੀ ਉਮਰ ਹੈ ਉਸ ਉਮਰ ਦੇ ਸਮੇਂ ਨੂੰ ਬਿਤਾਉਂਦੇ ਲਗਾਉਂਦੇ ਹਨ। ਸ੍ਰੀ ਅੰਗਦ ਸੁਨ ਬੈਨਾ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਵੀ ਸਾਡਾ ਬਚਨ ਸੁਣੋ। ਚੋਪਈ ਬਾਲਾ ਬਰਨਤ ਬਹਰ ਮੂਲਾ। ਭਾਈ ਬਾਲਾ ਜੀ ਕਹਿਣ ਲੱਗੇ, ਕਿਉਂਕਿ ਮਹਾਰਾਜ ਜੀ ਦੇ ਸੱਸ ਸਹੁਰਾ ਵੀ ਆਏ ਹੋਏ ਸੀ ਸੁਲਤਾਨਪੁਰ। ਪਹਿਲਾਂ ਵੀ ਬਹੁਤ ਕੁਝ ਉਲਟਾ ਸਿੱਧਾ ਮਹਾਰਾਜ ਜੀ ਨੂੰ ਬੋਲੇ। ਸੱਚੇ ਪਾਤਸ਼ਾਹ ਜੀ ਤੇ ਨਦੀ ਦੇ ਕਿਨਾਰੇ ਆਏ ਤਾਂ ਉੱਧਰੋਂ ਉਹਨੂੰ ਉਤਾਰ ਕੇ ਖੱਤਰੀ ਨੂੰ ਤੇ ਜੰਗਲਾਂ ਵਿੱਚ ਚਲੇ ਗਏ ਹੈ। ਇੱਧਰ ਜੋ ਮੂਲ ਚੰਦ ਘਰ ਬੈਠਾ ਸੀ ਗੁਰੂ ਜੀ ਦਾ ਸਹੁਰਾ, ਮੁੜ ਉਹ ਵੀ ਬੋਲਿਆ ਬਾਅਦ ਵਿੱਚ। ਲਖਤ ਨਾ ਭੇਦ ਭਰਮ ਮਹਿ ਭੂਲਾ। ਐਸਾ ਭਰਮ ਵਿੱਚ ਭੁੱਲਿਆ ਹੈ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਭੇਦ ਜਿਹੜਾ ਉਹ ਸਮਝਦਾ ਜਾਣਦਾ ਨਹੀਂ ਹੈ। ਭਇਓ ਤਿਆਰ ਚਲਨ ਨਿਜ ਨਗਰਾ। ਆਪਣੇ ਨਗਰ ਬਟਾਲੇ ਨੂੰ ਚੱਲਣ ਵਾਸਤੇ ਵੀ ਚੱਲੀਏ, ਬਹੁਤ ਦਿਨ ਹੋ ਗਏ ਹੈ। ਇਹ ਮੂਲ ਚੰਦ ਤਿਆਰ ਹੋਇਆ ਹੈ। ਸਦਨ ਸੰਭਾਰਨਾ ਕਾਰਜ ਸਗਰਾ। ਵੀ ਮਗਰ ਬਟਾਲੇ ਪਿੰਡ ਵਿੱਚ ਸਾਡਾ ਜਿਹੜਾ ਘਰ ਦਾ ਕੰਮ ਕਾਜ ਹੈ ਉਹ ਵੀ ਸਾਰਾ ਸੰਭਾਲਣ ਵਾਲਾ ਹੈ। ਘਰ ਜਾ ਕੇ ਵੇਖੀਏ ਕਿਵੇਂ ਹੈ। ਘਰ ਦਾ ਜਿਹੜਾ ਸੰਭਾਲਣ ਵਾਲਾ ਕੰਮ ਕਾਜ ਹੈ ਉਸ ਨੂੰ ਵੇਖਣ ਵਾਸਤੇ ਆਨਨ ਸੋ ਇਵ ਗਿਰਾ ਉਚਾਰੀ। ਛੱਡ ਹੀ ਗਿਆ। ਆਨਨ ਸੋ ਇਵ ਗਿਰਾ ਉਚਾਰੀ। ਭਾਇਓ ਤਿਆਰ ਚੱਲਣ ਨਿਜ ਨਗਰਾ। ਆਪਣੇ ਨਗਰ ਨੂੰ ਚੱਲਣ ਵਾਸਤੇ ਤਿਆਰ ਹੋਇਆ ਹੈ। ਜਿਹੜਾ ਘਰ ਹੈ ਉਹਦਾ ਕੰਮ ਸੰਭਾਲਣ ਵਾਸਤੇ ਮੂਲ ਚੰਦ ਨੇ ਮੁਖੋਂ ਐਵੇਂ ਗੱਲ ਬਾਣੀ ਉਚਾਰੀ ਹੈ। ਸਦਨ ਸੰਭਾਰਨਾ ਕਾਰਜ ਸਗਰਾ। ਅੱਗੇ ਪੜ੍ਹ ਤੂੰ ਸੁਣੋ ਸੁਣੋ। ਸੁਲਖਣੀ ਸਤਾ ਹਮਾਰੀ। ਉਹ ਕੀ ਕਿਹਾ ਹੈ ਕਿ ਹੇ ਮੇਰੀ ਪੁੱਤਰੀ ਸੁਲੱਖਣੀ, ਆ ਸਾਡਾ ਬਚਨ ਸੁਣੋ। ਅਪਰ ਹੈ ਕਵਨ ਕਰਹ ਨਿਰਭੈਮਾ। ਕੀ ਕਰਨੇ ਹੈ? ਅਪਰ ਹੈ ਕਵਨ ਏਠਾਂ ਅਬ ਨਾ ਤੋਰ ਕਛ ਕਾ ਜਾ। ਕਹਿਣ ਲੱਗਾ ਪੁੱਤਰੀ ਸਾਡਾ ਬਚਨ ਸੁਣੋ। ਇੱਥੇ ਹੁਣ ਤੁਹਾਡਾ ਕੋਈ ਵੀ ਜਿਹੜਾ ਕੰਮ ਨਹੀਂ ਹੈ, ਕੋਈ ਕੰਮ ਨਹੀਂ ਇੱਥੇ ਰਹਿਣ ਦਾ। ਤਬ ਪਤ ਭਾ ਫਕੀਰ ਤਜ ਲਾਜਾ। ਤੇਰਾ ਜੋ ਪਤੀ ਮਾਲਕ ਹੈ ਗੁਰੂ ਨਾਨਕ ਸਾਹਿਬ, ਉਹ ਤੇ ਫਕੀਰ ਹੋ ਗਿਆ ਲੋਕਾਂ ਦੀ ਸ਼ਰਮ ਛੱਡ ਕੇ। ਅਪਰਹ ਕਵਨ ਕਰਹ ਨਿਰਭੈਵਾ। ਇਸ ਕਰਕੇ ਮੇਰੀ ਪੁੱਤਰੀ ਸੁਲੱਖਣੀ ਦੱਸ ਇੱਥੇ ਰਿਹਾ ਤੇਰਾ ਜਿਹੜਾ ਕੌਣ ਹੈ, ਉਹ ਜੋ ਨਿਰਵਾਹ ਕਰਾਵੇਗਾ, ਕਿਹੜਾ ਹੈ ਜਿਹੜਾ ਤੁਹਾਨੂੰ ਖਾਣ ਪੀਣ ਨੂੰ ਦੇਵੇਗਾ। ਸਦਨ ਚੱਲਹੁ ਮੁਝ ਹੋਇ ਸੁਖ ਤਹਵਾ। ਤੁਸੀਂ ਮੇਰੇ ਘਰ ਉਹ ਬਟਾਲੇ ਵਿਖੇ ਚੱਲੋ, ਉੱਥੇ ਤੁਹਾਨੂੰ ਸਭ ਪ੍ਰਕਾਰ ਦਾ ਜਿਹੜਾ ਸੁੱਖ ਹੈ ਉਹ ਹੋਊਗਾ। ਕਰਮ ਮੰਦ ਹੈ ਸਤਾ ਤੁਮਾਰੇ। ਮੇਰੇ ਪੁੱਤਰੀ ਸੁਲੱਖਣੀ ਜਿਹੜੇ ਤੇਰੇ ਕਰਮ ਹੈ ਉਹ ਪਿਛਲੇ ਪੂਰਬਲੇ ਕਰਮਾਂ ਦੇ ਕੋਈ ਮੰਦੇ ਮਾੜੇ ਕੀਤੇ ਹੋਏ ਐ। ਘਰ ਉਜਰਿਓ ਇਸ ਹਾਲ ਪਤਾਰੇ। ਐਸੇ ਕਰਕੇ ਆ ਜਿਹੜੇ ਤੇਰੇ ਪਤੀ ਦਾ ਮਾਲਕ ਗੁਰੂ ਨਾਨਕ ਸਾਹਿਬ ਦਾ ਹਾਲ ਹੋ ਗਿਆ ਹੈ। ਸਭ ਕੰਮਕਾਰ ਛੱਡ ਦਿੱਤੇ ਹੈ, ਘਰ ਜਿਹੜਾ ਉਜੜ ਗਿਆ ਹੈ। ਦੋਹਰਾ ਭਨਤ ਨਾਨਕੀ ਬਦਨ ਤੇ। ਜਦੋਂ ਆ ਮੂਲ ਚੰਦ ਗੁਰੂ ਜੀ ਦੇ ਸਹੁਰੇ ਨੇ ਆਵਾ ਤਾਵਾ ਜਿਹਾ ਬੋਲਿਆ, ਪੁੱਠੀਆਂ ਜਿਹੀਆਂ ਗੱਲਾਂ ਸੁਣੀਆਂ ਹੈ। ਭੈਣ ਨਾਨਕੀ ਜੀ ਨੇ ਮੁਖ ਤੋਂ ਕਿਹਾ ਇਸ ਤਰ੍ਹਾਂ, ਇਉ ਨਾ ਬਨੈ ਇਹ ਬਾਤ। ਮਾਸੜ ਮੂਲ ਚੰਦ ਜੀ ਆ ਇਸ ਤਰ੍ਹਾਂ ਦੀ ਜਿਹੜੀ ਕੋਈ ਗੱਲਬਾਤ ਨਹੀਂ ਬਣਦੀ ਹੈ। ਕਿਉਂ ਪਰਜਾਈ ਕੋ ਅਬੈ। ਆ ਜਿਹੜੀ ਭਰਜਾਈ ਹੈ ਮੇਰੀ ਸੁਲੱਖਣੀ, ਇਸ ਨੂੰ ਤੁਸੀਂ ਆ ਹੁਣ ਜਾਣ ਦਿਓ ਸੰਗਤਾਤ। ਇਸ ਨੂੰ ਹੁਣ ਆ ਪਿਤਾ ਤੁਹਾਡੇ ਨਾਲ ਮੂਲ ਚੰਦ ਜੀ ਆ ਭਲਾ ਮੈਂ ਕਿਵੇਂ ਜਾਣ ਦਿਆਂ। ਚੌਪਈ ਇੱਕ ਤੋਂ ਕਰੀ ਭਰਾਤ ਗਤ ਐਸੇ। ਇੱਕ ਤੇ ਜਿਹੜੇ ਸਾਡੇ ਭਰਾ ਗੁਰੂ ਨਾਨਕ ਸਾਹਿਬ ਹੈ ਉਹਨਾਂ ਨੇ ਇਹੋ ਜਿਹੀ ਰੀਤੀ ਜੀ ਕਰ ਲਈ ਹੈ ਵੀ ਘਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਹਨ। ਦੁਤੀ ਜਾਤ ਭਰ ਜਾਈ ਤਾਸੇ। ਤੇ ਦੂਸਰਾ ਉਸੇ ਤਰ੍ਹਾਂ ਹੀ ਜੋ ਭਰਜਾਈ ਹੈ ਸਾਡੀ ਸੁਲੱਖਣੀ ਜੀ, ਉਹ ਵੀ ਇਸੇ ਤਰ੍ਹਾਂ ਜਾ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਜੰਗਲਾਂ ਨੂੰ ਚਲੇ ਗਏ ਹੈ। ਤੇ ਜਿਹੜੇ ਮੇਰੇ ਭਰਜਾਈ ਉਹ ਤੁਹਾਡੇ ਨਾਲ ਜਾਣ ਨੂੰ ਤਿਆਰ ਹੋ ਗਏ ਹਨ। ਕਿਹ ਬਿਦ ਔਰ ਮੈਂ ਧੀਰਜ ਧਰਹਾਂ। ਮਾਸੜ ਜੀ ਆ ਦੱਸੋ ਕਿ ਹਿਰਦੇ ਵਿੱਚ ਮੈਂ ਕਿਸ ਤਰ੍ਹਾਂ ਜਿਹੜੀ ਆ ਧੀਰਜ ਰੱਖਾਂ। ਨਿਜ ਮਨ ਪਰਚਾ ਕਿਹ ਸੰਗ ਕਰਹਾਂ। ਮੈਂ ਆਪਣੇ ਮਨ ਦਾ ਜਿਹੜਾ ਪਰਚਾਓ ਕਿਸ ਨਾਲ ਕਰਾਂਗੀ। ਜਦੋਂ ਇਹ ਚਲੀ ਗਏ ਮੇਰੇ ਭਰਜਾਈ, ਆਪਣਾ ਦੁੱਖ ਸੁੱਖ ਮੈਂ ਕਿਸ ਨਾਲ ਕਹਾਂਗੀ। ਚੰਦੋ ਰਾਣੀ ਬੈਨ ਅਲਾਏ। ਭੈਣ ਨਾਨਕੀ ਦੇ ਬਚਨ ਸੁਣ ਕੇ ਮੂਲ ਚੰਦ ਤੇ ਚੁੱਪ ਕਰ ਗਿਆ ਹੈ।
ਜੋ ਗੁਰੂ ਜੀ ਦੀ ਸੱਸ ਚੰਦੋ ਰਾਣੀ ਹੈ, ਫਿਰ ਉਹਨੇ ਕਿਹਾ ਇਸ ਤਰ੍ਹਾਂ, ਕਿਹ ਅਵਲੰਬ ਰਹਿ ਇਹ ਜਾਏ। ਨਾਨਕੀ ਤੂੰ ਸਿਆਣੀ ਹੈ, ਮੇਰੀ ਆ ਜਿਹੜੀ ਧੀ ਹੈ ਇਸ ਜਗ੍ਹਾ ਸੁਲਤਾਨਪੁਰ, ਦੱਸੋ ਵੀ ਕਿਹਦੇ ਸਹਾਰੇ ਰਵੇ ਇੱਥੇ ਹੁਣ। ਜਿਹ ਕੋ ਪਰਤਾ ਭਇਓ ਫਕੀਰਾ, ਜਿਸ ਦੇ ਸਹਾਰੇ ਰਹਿਣਾ ਸੀ ਉਹ ਮਾਲਕ ਪਤੀ ਗੁਰੂ ਨਾਨਕ, ਉਹ ਤੇ ਫਕੀਰ ਹੋ ਗਿਆ, ਖਫਣੀ ਪਾ ਕੇ ਜੰਗਲਾਂ ਨੂੰ ਚਲਿਆ ਗਿਆ ਹੈ। ਤਰੈ ਧੀਰ ਕਿਉਂ ਭਈ ਅਧੀਰਾ, ਮੇਰੀ ਧੀ ਵਿਚਾਰੀ ਤੇ ਬੇਆਸਰਾ ਹੋ ਗਈ ਹੈ, ਦੱਸੋ ਵੀ ਉਹ ਕਿਵੇਂ ਧੀਰਜ ਰੱਖੇ ਹੁਣ। ਇਹ ਠਾ ਰਹਿ ਨ ਬਨੈ ਨਹ ਇਹ ਕੋ, ਇਸ ਕਰਕੇ ਨਾਨਕੀ ਮੇਰੀ ਇਸ ਪੁੱਤਰੀ ਸੁਲੱਖਣੀ ਦਾ ਇਹ ਸੁਲਤਾਨਪੁਰ, ਇਹ ਘਰ ਦੇ ਵਿੱਚ ਰਹਿਣਾ ਤੇ ਕਿਸੇ ਤਰ੍ਹਾਂ ਵੀ ਬਣਦਾ ਨਹੀਂ ਹੁਣ। ਨਿਕਟ ਨਾ ਸਾਸ ਸਸੁਰ ਕਰ ਜਿਹ ਕੋ, ਚਲੋ ਵੀ ਜੇ ਪਤੀ ਚਲ ਗਿਆ ਸੀ ਤੇ ਸੱਸ ਸਹੁਰਾ ਹੀ ਘਰ ਹੁੰਦੇ, ਤੇ ਸੱਸ ਸਹੁਰਾ ਵੀ ਜਿੰਨਾ ਹੈ ਉਹ ਵੀ ਨਹੀਂ ਇਸ ਘਰ ਵਿੱਚ ਕੋਲੇ ਦੇ ਹੈ, ਉਹ ਤੇ ਰਾਏ ਭੋਏ ਦੀ ਤਲਵੰਡੀ ਵਿਖੇ ਰਹਿ ਰਹੇ ਹਨ, ਤੇ ਫਿਰ ਇਹ ਮੇਰੀ ਧੀ ਇਕੱਲੀ ਕਿਹਦੇ ਸਹਾਰੇ ਰਵੇ। ਘਰ ਤੇ ਖਰਚ ਅਨਕ ਬਿਦ ਜੇਈ, ਘਰ ਕੇ ਖਰਚ, ਤੈਨੂੰ ਪਤਾ ਹੀ ਹੈ ਨਾਨਕੀ ਕਿ ਗ੍ਰਹਿਸਤੀਆਂ ਦੇ ਜਿਹੜੇ ਘਰ ਦੇ ਖਰਚੇ ਹੈ ਅਨੇਕਾਂ ਤਰ੍ਹਾਂ ਨਾਲ ਹੁੰਦੇ ਹਨ। ਹਿਤੂ ਬਿਨਾ ਕੋ ਸਾਰ ਨਾ ਲਈ, ਤੈਨੂੰ ਸਭ ਪਤਾ ਹੀ ਹੈ ਕਿ ਹਿਤੂ ਪ੍ਰੇਮੀ ਤੋਂ ਬਿਨਾ ਕੋਈ ਪ੍ਰੇਮ ਨਾ ਜਿਹੜਾ ਕਰਦਾ ਹੋਵੇ, ਤੇ ਉਹ ਪ੍ਰੇਮ ਵਾਲਿਆਂ ਤੋਂ ਬਿਨਾ ਕੋਈ ਖਬਰਸਾਰ ਨਹੀਂ ਲੈਂਦਾ ਪਰਿਵਾਰ ਦੀ, ਕੋਈ ਨਹੀਂ ਪੁੱਛਦਾ ਗਿੱਛਦਾ। ਦੋਹਰਾ ਇਹ ਮਾਤ ਮਜ ਬੈਸ ਲੱਗ, ਆਤਮਜ ਆ ਵੇਖ ਲੋ ਇਹਨਾਂ ਦੇ ਜਿਹੜੇ ਛੋਟੇ ਛੋਟੇ ਪੁੱਤਰ ਹੈ, ਜਿਨ੍ਹਾਂ ਦੀ ਅਜੇ ਉਮਰ ਵੀ ਬਹੁਤ ਛੋਟੀ ਹੈ। ਹਿਰਦੇ ਨਾ ਸੁਧ ਤਿਨ ਕੋਏ, ਉਹਨਾਂ ਦੋਵਾਂ ਨੂੰ ਸ਼੍ਰੀ ਚੰਦ ਜੀ ਨੂੰ ਤੇ ਲਖਮੀ ਦਾਸ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਹਿਰਦੇ ਵਿੱਚ ਸੁੱਧ ਨਹੀਂ ਹੈ, ਕੋਈ ਖਬਰਸਾਰ ਨਹੀਂ ਵੀ ਕਿਹੜਾ ਕੰਮ ਕਿਵੇਂ ਕਰਨਾ, ਕੋਈ ਹੋਸ਼ ਨਹੀਂ ਹੈ। ਪਿਤਾ ਨਾ ਆਨੰਦ ਲਾ ਰਹੀ, ਤੇ ਪਿਤਾ ਤੇ ਜਿਹੜਾ ਉਹ ਤੇ ਸਾਧ ਬਣ ਗਿਆ, ਫਕੀਰ ਬਣ ਗਿਆ ਹੈ, ਆਣ ਕੇ ਕਿ ਮੇਰੇ ਸੁਪੁੱਤਰ ਹੈ ਛੋਟੇ ਛੋਟੇ, ਮੈਂ ਲਾਡ ਪਿਆਰ ਕਰਾਂ, ਕਿਤੇ ਆ ਕੇ ਲਾਡ ਪਿਆਰ ਨਹੀਂ ਕਰਦੇ। ਲਖਮੀ ਦਾਸ ਛੋਟਾ ਜਿਹਾ ਹੈ, ਕਿਤੇ ਗੋਦ ਵਿੱਚ ਨਹੀਂ ਬਹਾਉਂਦੇ। ਪੇ ਅਨਾਥ ਸਮਸੋਏ, ਇਹ ਤੇ ਵਿਚਾਰੇ ਇਸ ਤਰ੍ਹਾਂ ਹੋ ਗਏ ਹੈ ਜਿਵੇਂ ਕਿਸੇ ਦਾ ਪਿਓ ਮਰ ਜਾਵੇ ਤੇ ਬੱਚੇ ਅਨਾਥ ਯਤੀਮ ਹੋ ਜਾਂਦੇ ਹੈ ਪਿਓ ਤੋਂ ਬਿਨਾਂ। ਇਹਨਾਂ ਦੀ ਹਾਲਤ ਲਖਮੀ ਦਾਸ ਸ਼੍ਰੀ ਚੰਦ ਦੀ ਤੇ ਇਸੇ ਤਰ੍ਹਾਂ ਹੀ ਹੋ ਗਈ ਹੈ, ਅਨਾਥਾਂ ਸਮਾਨ ਹੀ ਹੋ ਗਏ ਹਨ। ਜੋ ਪਈ ਕਿਹ ਆਧਾਰ ਇਹ ਦੋ ਬਾਲਕ, ਨਾਨਕੀ ਤੂੰ ਸਿਆਣੀ ਹੈ, ਜਿਹੜੇ ਦੋਵੇਂ ਬੱਚੇ ਸ਼੍ਰੀ ਚੰਦ ਲਖਮੀ ਦਾਸ ਭਲਾ ਇਹ ਕਿਹਦੇ ਸਹਾਰੇ ਰਹਿਣ। ਹਮ ਘਰ ਚੱਲ ਹੋਇਆ ਹੈ ਪ੍ਰਤਪਾਲਕ, ਇਸ ਕਰਕੇ ਸਾਡੇ ਘਰ ਨਾਲ ਹੀ ਚੱਲ ਪੈਣ, ਉਥੇ ਪੱਖੋਂ ਕੇ ਰੰਧਾਵਾ ਬਟਾਲੇ ਰਹਿਣ। ਅਸੀਂ ਆਪਣੇ ਜਿਹੜੇ ਦੋਤਿਆਂ ਦੀ ਚੰਗੀ ਤਰ੍ਹਾਂ ਜਿਹੜੀ ਪ੍ਰਤਪਾਲਣਾ ਕਰਾਂਗੇ, ਇਹਨਾਂ ਦੀ ਪਾਲਣਾ ਹੋਵੇਗੀ। ਸੁਰਤ ਸੰਭਾਲ ਹੈ ਕਰ ਹੈ ਕਮਾਈ, ਆਪੇ ਜਦੋਂ ਖਾਣ ਪੀਣਗੇ ਵੱਡੇ ਹੋ ਜਾਣਗੇ, ਕਮਾਈ ਕਰਨਗੇ, ਸੁਰਤ ਸੰਭਾਲ ਲੈਣਗੇ, ਜਿਹੜੀ ਬੁੱਧੀ ਸੰਭਾਲ ਲੈਣਗੇ ਤੇ ਚੰਗੀ ਜਿਹੜੀ ਕਮਾਈ ਕਰਨਗੇ। ਦੇਹ ਅਨਕ ਬਿਦ ਸੁਖ ਨਿਜ ਮਾਈ, ਜਦੋਂ ਕਮਾਈ ਕਰਨਗੇ ਤੇ ਮਾਪਿਆਂ ਨੂੰ ਕਮਾਈ ਨਾਲ ਹੀ ਸੁੱਖ ਹੁੰਦਾ ਹੈ, ਆਪੇ ਹੀ ਆਪਣੀ ਫਿਰ ਮਾਤਾ ਨੂੰ ਅਨੇਕਾਂ ਤਰ੍ਹਾਂ ਦੇ ਜਿਹੜੇ ਸੁੱਖ ਦੇਣਗੇ। ਕਮਾਈ ਕਰਕੇ ਪੈਸੇ ਲਿਆ ਕਰਨਗੇ, ਹੱਥ ਤੇ ਰੱਖਿਆ ਕਰਨਗੇ, ਮਾਂ ਸੁਖ ਮਾਣੇਗੀ। ਭਲਾ ਨਾਨਕੀ ਮਾਸੀ ਸੁਣੀਏ, ਭੈਣ ਨਾਨਕੀ ਜੀ ਨੇ ਕਿਹਾ ਕਿ ਮਾਸੀ ਚੰਦੋ ਰਾਣੀ ਮੇਰਾ ਵੀ ਤੇ ਬਚਨ ਸੁਣੀਏ ਇੱਕ ਵਾਰ। ਤੂੰ ਸਿਆਣੀ ਨਿਜ ਮਨ ਮਹਿ ਗੁਨੀਏ, ਤੁਸੀਂ ਸਾਡੇ ਤੋਂ ਵੱਡੇ ਹੋ, ਆ ਸਿਆਣੀ ਹੈ, ਤੂੰ ਆਪਣੇ ਮਨ ਵਿੱਚ ਥੋੜਾ ਬਹੁਤਾ ਤੇ ਵਿਚਾਰ ਕਰੀਏ। ਭਰਾਤਾ ਪਰਮੇਸ਼ਰ ਸਮਰੂਪਾ, ਜਿਹੜੇ ਮੇਰੇ ਭਰਾ ਹੈ ਨਾ ਗੁਰੂ ਨਾਨਕ ਸਾਹਿਬ, ਉਹ ਆਮ ਮਨੁੱਖ ਨਹੀਂ, ਉਹ ਤੇ ਪਰਮੇਸ਼ਰ ਦਾ ਹੀ ਰੂਪ ਹੈ, ਪਰਮੇਸ਼ਰ ਸਮ ਹਨ। ਜਿਹ ਕੇ ਕਰਤਬ ਜਗਤ ਅਨੂਪਾ, ਜਿਨ੍ਹਾਂ ਦੇ ਅੱਜ ਜਿਹੜੇ ਕਰਤੱਵ ਹੈ, ਕੰਮ ਚੋਜ ਹੈ,
ਉਹਦੇ ਜਗਤ ਤੋਂ ਜਿਹੜੇ ਵੱਖਰੇ ਹੀ ਹੈ, ਅਨੂਪਮ ਹੀ ਹਨ। ਮਾਨਵ ਕੇ ਨਾ ਕਰਮ ਹੈ ਐਸੇ। ਜਿਸ ਤਰ੍ਹਾਂ ਮਨੁੱਖ ਲੋਕ ਕੰਮ ਕਰਦੇ ਆ ਆਪਣੇ ਘਰਾਂ ਦੇ, ਲੋਕਾਂ ਦੇ ਚਾਲ ਚੱਲਣ ਬਹਿਣ ਖਲੋਣ ਹੁੰਦਾ ਮਨੁੱਖਾਂ ਆਮ ਲੋਕਾਂ ਦਾ, ਮੇਰੇ ਭਰਾ ਦੇ ਕਰਮ ਤੇ ਇਹੋ ਜਿਹੇ ਨਹੀਂ ਹੈ। ਉਹਨਾਂ ਦਾ ਜਿਹੜਾ ਕੰਮ ਤੇ ਆਮ ਲੋਕਾਂ ਮਨੁੱਖਾਂ ਵਰਗਾ ਹੈ ਨਹੀਂ ਹੈ ਕੋਈ। ਕਰਤ ਕਰਤ ਅਲੌਕਿਕ ਬਹੁ ਵਿਦ ਜਾਸੇ। ਜਿਸ ਤਰ੍ਹਾਂ ਉਹਦੇ ਬਹੁਤ ਤਰ੍ਹਾਂ ਦੇ ਜਿਹੜੇ ਅਲੌਕਿਕ ਹੀ ਕੰਮ ਕਰਦੇ ਆ, ਜਿਹੜੇ ਪਰਮਾਰਥ ਤੌਰ ਤੇ ਅਸਚਰਜੀ ਕੰਮ ਕਰਦੇ, ਨਾ ਵੇਖੇ ਜਾਣ ਵਾਲੇ। ਧੀਰਤ ਸੁਨਤੇ ਹੋਤ ਚੰਬਾ। ਉਹਨਾਂ ਦੇ ਕੰਮਾਂ ਕਾਰਾਂ ਨੂੰ ਦੇਖ ਦੇਖ ਕੇ ਤੇ ਆ ਸੁਣ ਸੁਣ ਕੇ ਸਾਰੇ ਜਿਹੜੇ ਹੈਰਾਨ ਹੁੰਦੇ ਹਨ। ਸਪਥ ਮੋਹ ਨਹਿ ਉਚਰੋਂ ਦੰਬਾ। ਇਸ ਕਰਕੇ ਮਾਸੀ ਚੰਦੋ ਰਾਣੀ ਜੀ, ਮੈਨੂੰ ਸਹੁੰ ਹੈ, ਮੈਂ ਝੂਠ ਨਹੀਂ ਬੋਲਦੀ ਹਾਂ, ਨਾ ਉਚਰੋ ਦੰਬਾ, ਕੋਈ ਬਣਾਉਟੀ ਗੱਲ ਨਹੀਂ ਕਰਦੀ, ਕੋਈ ਝੂਠ ਨਹੀਂ ਮੁੱਖੋਂ ਕਹਿੰਦੀ, ਮੈਂ ਸੱਚ ਕਹਿੰਦੀ ਹਾਂ। ਦੋਹਰਾ ਸਗਲ ਨਗਰ ਨਾਰ ਪਰਸ ਪਰ। ਹੋਰ ਤੁਹਾਨੂੰ ਦੱਸਦੀਆਂ ਕਿ ਆ ਜਿਹੜਾ ਸਾਰਾ ਨਗਰ ਸੁਲਤਾਨਪੁਰ ਹੈ, ਇੱਥੋਂ ਦੇ ਜਿਹੜੇ ਲੋਕ ਹੈ ਉਹ ਆਪੋ ਵਿੱਚ ਹੀ ਉਚਰਤ ਭੇ ਬਹੁ ਬਾਰ। ਬਹੁਤ ਵਾਰ ਇਸ ਤਰ੍ਹਾਂ ਹੀ ਉਹ ਸਾਨੂੰ ਆ ਕੇ ਕਹਿੰਦੇ ਹੁੰਦੇ ਸਨ। ਸਰਬ ਦਰਬ ਖਰਚਨ ਕਰੈ। ਉਹ ਲੋਕ ਕਹਿੰਦੇ ਹੁੰਦੇ ਸੀ ਆਪੋ ਵਿੱਚ ਵੀ, ਤੇ ਸਾਨੂੰ ਵੀ ਆ ਕਹਿੰਦੇ ਹੁੰਦੇ ਸੀ ਵੀ ਇਹ ਜੋ ਗੁਰੂ ਨਾਨਕ ਮੋਦੀ ਹੈ, ਇਹਨੇ ਸਾਰੇ ਜਿਹੜੇ ਪੈਸੇ ਖਰਚਾ ਕਰ ਕੁਰ ਦੇਣੇ ਹਨ। ਟੋਟਾ ਹੋਏ ਅਪਾਰ। ਹੁਣ ਤੇ ਕੁਝ ਵੇਖਦੇ ਨਹੀਂ ਹੈ ਤੇ ਲੁਟਾਈ ਜਾਂਦੇ ਮੋਦੀ ਖਾਨਾ। ਜਿਸ ਦਿਨ ਲੇਖਾ ਜੋਖਾ ਹੋਊਗਾ, ਵੇਖ ਲਿਓ ਬੇਅੰਤੀ ਟੋਟਾ ਹੋ ਜਾਣਾ, ਘਾਟਾ ਹੋ ਜਾਣਾ ਇਹਨੂੰ। ਚੌਪਈ ਖੋਏ ਦਰਬ ਕੋ ਜਾਵਹਿ ਭਾਜੂ। ਹੋਰ ਵੀ ਆ ਕੇ ਕਹਿੰਦੇ ਸਨ ਵੀ ਇਹਨੇ ਪੈਸਾ ਧੇਲਾ ਸਭ ਗਵਾ ਦਿੱਤਾ ਹੈ, ਗਵਾਈ ਜਾ ਰਿਹਾ ਹੈ। ਅਖੀਰੀ ਇੱਕ ਦਿਨ ਰਾਤ ਬਰਾਤੇ ਭੱਜ ਨੱਠ ਜਾਣਾ ਇਹਨੇ। ਕਿਦੋਂ ਗਹਿ ਖਾਨਨ ਸਿਰ ਤਾਜੂ। ਜਾਂ ਦੇ ਜਿਹੜਾ ਖਾਨਾ ਦਾ ਸਰਤਾਜ ਨਵਾਬ ਦੌਲਤ ਖਾਂ, ਉਹ ਫੜ ਲਵੇਗਾ ਤੇ ਜੇਲ੍ਹ ਵਿੱਚ ਹੀ ਰਹਿਣਗੇ ਇਹ। ਕੇਤਕ ਆਨ ਕਹੈ ਹਮ ਪਾਸਾ। ਮਾਸੀ ਚੰਦੋ ਰਾਣੀ ਜੀ, ਕਈ ਕੁ ਲੋਕ ਆਣ ਕੇ ਤੇ ਸਾਡੇ ਕੋਲ ਇਹੋ ਜਿਹੀਆਂ ਗੱਲਾਂ ਹੀ ਕਹਿੰਦੇ ਸਨ। ਸੁਨਹਿ ਬਿਲੋ ਕਹਿ ਮਾਨਹਿ ਤਰਾਸਾ। ਜਦੋਂ ਹੀ ਸੁਣਦੇ ਸਾਂ, ਅੱਖੀਂ ਵੇਖਦੇ ਸਾਂ ਵੀ ਗੱਲ ਤੇ ਠੀਕ ਹੈ ਕਿ ਮੋਦੀ ਖਾਨੇ ਵਿੱਚ ਬਹੁਤ ਭੀੜ ਲੱਗੀ ਰਹਿੰਦੀ, ਗਰੀਬ ਗੁਰਬੇ ਨੂੰ ਦੇਈ ਜਾਂਦੇ ਸੀ, ਤੇ ਵੇਖ ਵੇਖ ਕੇ ਅਸੀਂ ਵੀ ਡਰ ਮੰਨਦੇ ਹੁੰਦੇ ਸਾਂ ਵੀ ਕਿਤੇ ਉਹੀ ਗੱਲ ਨਾ ਹੋ ਜਾਵੇ। ਖਰਚੇ ਦਰਬ ਨਰੇਸ਼ ਸਮਾਨਾ। ਕਿਉਂਕਿ ਜਿਹੜੇ ਮੇਰੇ ਭਰਾ ਗੁਰੂ ਨਾਨਕ ਸਾਹਿਬ ਹੈ, ਇਹ ਤੇ ਜਿਵੇਂ ਕੋਈ ਰਾਜਾ ਹੁੰਦਾ, ਰਾਜੇ ਵਾਂਗ ਹੀ ਪੈਸੇ ਨੂੰ ਖਰਚਦੇ ਸਨ। ਜਾਚ ਨਾ ਕੋ ਸ਼ੂਸ਼ ਪਿਆਨਾ। ਜਿਹੜਾ ਵੀ ਕੋਈ ਆ ਕੇ ਮੰਗਤਾ ਮੰਗਦਾ ਸੀ, ਗਰੀਬ ਅਨਾਥ ਫਕੀਰ ਸਾਧੂ, ਉਹ ਕਿਸੇ ਨੂੰ ਖਾਲੀ ਨਹੀਂ ਸੀ ਭੇਜਦੇ, ਉਹ ਖਾਲੀ ਨਹੀਂ ਸੀ ਜਾਂਦਾ। ਖਾਨ ਨਿਜ ਲੇਖਾ ਜਬਹੀ। ਬਾਕੀ ਜਦੋਂ ਮਾਸੀ ਚੰਦੋ ਰਾਣੀ ਦਾ ਜਿਹੜਾ ਨਵਾਬ ਦੌਲਤ ਖਾਂ, ਜਦੋਂ ਵੀ ਉਹ ਲੇਖਾ ਕਰਦਾ ਸੀ, ਹਿਸਾਬ ਕਿਤਾਬ ਕਰਦਾ ਸੀ, ਬਾਕੀ ਨਿਗਸਹਿ ਅਦ ਕਹਿ ਤਬਹੀ। ਉਸੇ ਵੇਲੇ ਮਹਾਰਾਜ ਜੀ ਦਾ ਇੰਨਾ ਕੁਝ ਲੁਟਾ ਪਟਾ ਕੇ ਵੀ ਹਮੇਸ਼ਾ ਉਹਦੇ ਵੱਲ ਤਦੋਂ ਬਾਕੀ ਵਾਧੇ ਦੇ ਪੈਸੇ ਨਿਕਲਦੇ ਸਨ। ਇੱਕ ਵਾਰ 135, ਫਿਰ 300 ਕੁਝ, ਤੇ ਆ ਹੁਣ ਵੀ 760 ਰੁਪਏ ਵੱਧ ਨਿਕਲੇ ਆ। ਮਹਾਰਾਜ ਜੀ ਇਹਨਾਂ ਕੁਝ ਦੇ ਲੈ ਕੇ ਵੀ ਜਿਹੜਾ ਇਹਨਾਂ ਦਾ ਵਾਧੇ ਦਾ ਨਿਕਲ ਆ ਜਾਂਦਾ ਸੀ। ਪੁਨ ਵੇਈ ਮਹਿ ਬਾਸਰਤੀਨਾ। ਹੋਰ ਵੀ ਮਾਸੀ ਜੀ ਸੁਣੋ ਕਿ ਆ ਜਿਹੜਾ 3 ਦਿਨ ਮੇਰੇ ਭਰਾ ਗੁਰੂ ਨਾਨਕ ਸਾਹਿਬ ਵੇਈ ਜਿਹੜੀ ਨਦੀ ਹੈ ਉਹਦੇ ਵਿੱਚ ਅਲੋਪ ਰਹੇ ਸਨ। ਰਹੇ ਖੋਜ ਨਹਿ ਕਾਹੂ ਚੀਨਾ। ਬੜੇ ਜਾਲ ਵਿਛਾਏ ਗਏ ਨਵਾਬ ਵੱਲੋਂ, ਬੜੇ ਤਾਰੂ ਲਿਆਂਦੇ ਗਏ, ਖੋਜਦੇ ਰਹੇ, ਲੱਭਦੇ ਰਹੇ, ਕਿਸੇ ਨੇ ਜਾਣਿਆ ਨਹੀਂ ਵੀ ਕਿੱਧਰ ਚਲੇ ਗਏ ਸਨ। ਆਨ ਦੁਕਾਨ ਹੈ ਸਰਬ ਲਟਾਈ। ਫੇਰ ਜਦੋਂ 3 ਦਿਨਾਂ ਬਾਅਦ ਬਾਹਰ ਆਏ ਐ, ਆਉਂਦੇ ਸਾਰੇ ਮੋਦੀ ਖਾਨੇ ਨੂੰ ਖੋਲ੍ਹਿਆ ਤੇ ਸਾਰੀ ਜਿਹੜੀ ਦੁਕਾਨ ਲਟਾ ਦਿੱਤੀ।
ਜਿੰਨੇ ਗਰੀਬ ਸਨ ਕਹਿ ਕੇ ਵੀ ਜੋ ਤੁਹਾਡਾ ਮਨ ਕਰਦਾ ਉਹ ਲੁੱਟ ਲਓ ਮੋਦੀ ਖਾਨੇ ਵਿੱਚੋਂ। ਲੋਟਤ ਤ੍ਰਿਪਤੇ ਟੋਟ ਨਾ ਆਈ। ਮਾਸੀ ਜੀ ਉਦੋਂ ਲੁੱਟਦਿਆਂ ਗਰੀਬਾਂ ਜਿਹੜੇ ਗਰੀਬ ਸੀ ਉਹ ਲੁੱਟਦੇ ਤੇ ਰੱਜ ਗਏ, ਪਰ ਤੋਟ ਨਹੀਂ ਸੀ ਆਈ ਦੁਕਾਨ ਵਿੱਚ। ਦੁਕਾਨ ਉਸੇ ਤਰ੍ਹਾਂ ਭਰੀ ਰਹੀ ਸੀ। ਮਾਸੀ ਔਰ ਪਿਪਈ ਇਹ ਬਾਤਾ। ਮਾਸੀ ਚੰਦੋ ਰਾਣੀ ਹੋਰ ਵੀ ਇਸੇ ਸੁਲਤਾਨਪੁਰ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ। ਜੋ ਮਸੀਤ ਸਭ ਤੁਮ ਬਖਿਆਤਾ। ਉਹ ਜਿਹੜੀ ਗੱਲ ਹੋਈ ਹੈ ਵੀ ਮਸੀਤ ਵਿੱਚ ਜਿਵੇਂ ਮਹਾਰਾਜ ਨੇ ਉਹ ਸਭ ਕੁਝ ਕੀਤਾ, ਉਹ ਸਭ ਤੁਹਾਡੇ ਸਾਡੇ ਵਿੱਚ ਪ੍ਰਗਟ ਹੀ ਹੈ। ਕਿਹੜੀ ਕਿ ਲੁਕੀ ਛਿਪੀ ਗੱਲ ਹੈ। ਸ਼ਗਤ ਨਾ ਆਸੀ ਕਹਿ ਨਰ ਮਾਹੀ। ਮੇਰੀ ਮਾਸੀ ਚੰਦੋ ਰਾਣੀ ਦੱਸੋ ਵੀ ਕਿਸੇ ਮਨੁੱਖ ਵਿੱਚ ਇਸ ਤਰ੍ਹਾਂ ਦੀ ਭਲਾ ਸ਼ਕਤੀ ਹੈ ਵਰਤੀ ਹਿਰਦੇ ਬਤਾਵਹਿ ਤਾਹੀ। ਵੀ ਜਿਸ ਤਰ੍ਹਾਂ ਹਿਰਦੇ ਵਿੱਚ ਵਰਤ ਰਹੀ ਹੋਵੇ ਗੱਲ ਤੇ ਉਸੇ ਤਰ੍ਹਾਂ ਕੋਈ ਦੱਸ ਦਵੇ। ਐਸਾ ਹੈ ਕੋਈ ਪੁਰਸ਼ ਵੀ ਮਹਾਰਾਜ ਜੀ ਨੇ ਮਸੀਤ ਵਿੱਚ ਉਹ ਖੜਿਆਂ ਦੱਸ ਦਿੱਤਾ ਸੀ, ਨਵਾਬ ਤੇਰੇ ਨਾਲ ਕੀ ਨਮਾਜ਼ ਪੜ੍ਹੀਏ, ਤੂੰ ਤੇ ਕਾਬਲ ਕੰਧਾਰ ਜਿਹੜਾ ਤੁਰਿਆ ਫਿਰਦਾ ਸੀ ਘੋੜੇ ਖਰੀਦਣ। ਕਾਜੀ ਕਹਿਣ ਲੱਗਾ ਮੇਰੇ ਨਾਲ ਪੜ੍ਹ ਲੈਂਦੇ, ਮੈਂ ਤੇ ਗਿਆਨੀ ਆ ਪੂਰਾ। ਮਹਾਰਾਜ ਕਹਿੰਦੇ ਕਾਜੀਆ ਤੇਰੇ ਨਾਲ ਕੀ ਪੜ੍ਹਦੇ, ਤੇਰਾ ਤੇ ਧਿਆਨ ਘਰ ਵਿੱਚ ਸੀ ਕਿ ਮੇਰਾ ਜਿਹੜਾ ਬਸ਼ੇਰਾ ਹੈ, ਜਿਹੜਾ ਘੋੜੀ ਨੇ ਦਿੱਤਾ ਬੱਚਾ, ਕਿਤੇ ਉਹ ਟੋਏ 'ਚ ਨਾ ਡਿੱਗ ਪਵੇ। ਸੁਣ ਕੇ ਦੋਵੇਂ ਹੈਰਾਨ ਹੋ ਗਏ ਸਨ। ਇਸ ਕਰਕੇ ਕੋਈ ਹੈ ਇਹੋ ਜਿਹਾ ਪੁਰਸ਼ ਜਿਹੜਾ ਹਿਰਦੇ ਵਿੱਚ ਗੱਲ ਵਰਤ ਰਹੀ ਹੋਵੇ ਤੇ ਦੱਸ ਸਕੇ। ਦੋਹਰਾ ਭਰਜਾਈ ਪਰ ਕ੍ਰੋਧ ਕੁਛ। ਬਾਕੀ ਜੋ ਮੇਰੀ ਭਰਜਾਈ ਸੁਲੱਖਣੀ ਹੈ, ਜੇ ਉਸ ਉੱਪਰ ਕੋਈ ਕ੍ਰੋਧ ਕਰਨ ਮੇਰੇ ਭਰਾ, ਜੇ ਕਰ ਤੋ ਮਾਮਾ ਭਰਾਤ। ਜੇ ਮੇਰੇ ਭਰਾ ਕੋਈ ਗੁੱਸਾ ਕਰਦੇ ਮੇਰੀ ਭਰਜਾਈ ਉੱਪਰ, ਕੋਈ ਗਿਲਾ ਕਰਦੇ, ਕੋਈ ਵੱਧ ਘੱਟ ਇਹਨਾਂ ਨੂੰ ਬੋਲਦੇ, ਹੱਥ ਬੰਦ ਕਰ ਬੇਨਤੀ। ਫਿਰ ਤੇ ਮੇਰਾ ਫਰਜ਼ ਸੀ ਕਿ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੀ, ਮਾਫੀ ਮੰਗਦੀ ਕਿ ਮਾਸੀ ਜੀ ਮਾਫ ਕਰੋ, ਮੇਰੇ ਭਰਾ ਮੇਰੀ ਜਿਹੜੀ ਭਰਜਾਈ ਨੂੰ ਵੱਧ ਘੱਟ ਬੋਲ ਦਿੰਦੇ, ਇਸ ਕਰਕੇ ਮੈਂ ਉਹਨਾਂ ਵੱਲੋਂ ਮਾਫੀ ਮੰਗਦੀ ਹਾਂ। ਬਖਸ਼ਾਵਤ ਸਭ ਬਾਤ। ਸਭ ਤਰ੍ਹਾਂ ਨਾਲ ਮੈਂ ਆਪਣੀ ਭੁੱਲ ਬਖਸ਼ਾਉਂਦੀ, ਤੁਹਾਡੇ ਅੱਗੇ ਬੇਨਤੀਆਂ ਕਰਦੀ, ਪਰ ਮੇਰੇ ਭਰਾ ਤੇ ਇਹੋ ਜਿਹੇ ਹੈ ਹੀ ਨਹੀਂ ਵੀ ਕਦੀ ਗੁੱਸੇ ਵਿੱਚ ਹੀ ਆਉਣ। ਚੌਪਈ ਰੋਸ ਰਤੀਕ ਨਾ ਹੈ ਮਨ ਮਾਹੀ। ਰੋਸ ਰਤੀਕ ਮੇਰੇ ਭਰਾ ਗੁਰੂ ਨਾਨਕ ਸਾਹਿਬ ਵਿੱਚ ਤੇ ਰੋਸ ਰੱਤੀ ਮਾਤਰ ਵੀ ਕਿਤੇ ਹੈ ਨਹੀਂ ਮਨ ਵਿੱਚ। ਕੋ ਕੁਚਾਲ ਤਿਨ ਕੇ ਤਨ ਨਾਹੀ। ਉਹਨਾਂ ਦੇ ਸਰੀਰ ਦੇ ਵਿੱਚ ਕੋਈ ਫਿਰ ਖੋਟੀ ਚਾਲ ਨਹੀਂ ਹੈ, ਕੋਈ ਖੋਟਾ ਵਰਤਾਵਾ ਨਹੀਂ, ਕੋਈ ਤਰੀਕਾ ਨਹੀਂ ਹੈ ਮਾੜਾ। ਆਵਤ ਜੋ ਔਰ ਮਹਿ ਸੋ ਕਰਈ। ਬਾਕੀ ਇੰਨੀ ਗੱਲ ਜ਼ਰੂਰ ਹੈ ਵੀ ਜੋ ਉਹਨਾਂ ਦੇ ਮਨ ਵਿੱਚ ਆਉਂਦੀ ਹਿਰਦੇ ਵਿੱਚ ਉਹ ਉਸੇ ਤਰ੍ਹਾਂ ਕਰਦੇ ਆਪਣੀ ਮੌਜ ਵਿੱਚ। ਕਿਸੋ ਲੋਕ ਕੀ ਲਾਜ ਨਾ ਧਰਈ। ਆਪਣੇ ਮਨ ਹੀ ਉਹ ਕਰ ਲੈਂਦੇ ਐ ਆਪਣੀ ਮੌਜ ਵਿੱਚ ਆ ਕੇ। ਆ ਲੋਕਾਂ ਦੀ ਜਿਹੜੀ ਲੱਜਾ ਸ਼ਰਮ ਉਹ ਕਿਸੇ ਦੀ ਨਹੀਂ ਰੱਖਦੇ ਵੀ ਆ ਲੋਕ ਭਲਾ ਸਾਨੂੰ ਕੀ ਕਹਿਣਗੇ, ਕੀ ਸਾਡੇ ਤੇ ਉਂਗਲਾਂ ਕਰਨਗੇ। ਤਿਹ ਪਰ ਨਹਿ ਬਸ ਮਾਸੀ ਹਮਰਾ। ਇਸ ਕਰਕੇ ਮਾਸੀ ਚੰਦੋ ਰਾਣੀ ਜੀ ਗੁਰੂ ਨਾਨਕ ਸਾਹਿਬ ਜੋ ਹਨ ਉਹ ਬੜੇ ਪੂਰਨ ਸਮਰੱਥ ਪਰਮੇਸ਼ਰ ਰੂਪ ਹੈ, ਉਹਨਾਂ ਉੱਪਰ ਸਾਡਾ ਕੋਈ ਵਸ ਨਹੀਂ ਹੈ। ਸਭ ਗੁਨਾਹ ਜਮਾਤਾ ਤੁਮਰਾ। ਬਾਕੀ ਤੁਸੀਂ ਕਾਹਦੀ ਗੱਲੋਂ ਜਿਹੜਾ ਗੁੱਸਾ ਕਰਦੇ ਹੋ, ਜੋ ਤੁਹਾਡੇ ਜਵਾਈ ਹੈ ਉਹਦੇ ਸਭ ਗੁਣਾਂ ਦੇ ਘਰ ਹਨ। ਤੁਹਾਡੇ ਜਵਾਈ ਦੇ ਤੁਹਾਨੂੰ ਬਹੁਤ ਮਹਾਨ ਮਿਲੇ ਹੈ। ਮਰਮ ਨਾ ਤਿਸ ਕੋ ਜਾਏ ਨਾ ਜਾਣਾ। ਉਹਨਾਂ ਦਾ ਜਿਹੜਾ ਭੇਦ ਹੈ ਨਾ ਤੁਸੀਂ ਨਾ ਅਸੀਂ ਆ ਕਿਸੇ ਤਰ੍ਹਾਂ ਜਾਣਿਆ ਨਹੀਂ ਜਾ ਸਕਦਾ। ਉਹਨਾਂ ਦਾ ਭੇਦ ਤੇ ਆ 14 ਲੋਕ ਹੀ ਨਹੀਂ ਜਾਣਦੇ, ਤਿੰਨੇ ਲੋਕ ਹੀ ਨਹੀਂ ਜਾਣ ਸਕਦੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਨਕਾਦਿਕ ਆਦਿ ਕੋਈ ਨਹੀਂ ਭੇਦ ਜਾਣਦਾ ਉਹਨਾਂ ਦਾ। ਕਾਰਨ ਕੌਣ ਵੇਖ ਉਠਾਨਾ। ਜੋ ਉਹਨਾਂ ਨੇ ਹੁਣ ਆ ਭੇਖ ਧਾਰ ਲਿਆ ਫਕੀਰਾਂ ਵਾਲਾ ਵੀ ਕੀ ਕਾਰਨ ਹੈ, ਕੌਣ ਕਾਰਨ ਹੈ, ਕਿਉਂ ਕੀਤਾ ਇਹ ਭੇਖ, ਇਹਦੇ ਨਾ ਤੁਸੀਂ ਜਾਣਦੇ ਨਾ ਅਸੀਂ ਜਾਣਦੇ, ਇਹਦੇ ਜਾਣਨ ਵਾਲੇ ਉਹ ਆਪ ਹੀ ਹਨ। ਰਹਿਣ ਦਿਓ ਇਹ ਠਾਂ ਭਰ ਜਾਈ। ਇਸ ਕਰਕੇ ਮੈਂ ਤੇ ਇਹੀ ਕਹਿੰਦੀ ਹਾਂ ਕਿ ਜੋ ਮੇਰੀ ਭਰਜਾਈ ਸੁਲੱਖਣੀ ਹੈ ਤੁਸੀਂ ਉਹਨੂੰ ਇੱਥੇ
ਸੁਲਤਾਨਪੁਰ ਵਿੱਚ ਹੀ ਰਹਿਣ ਦਿਓ। ਕਰ ਮੁਝ ਪਰ ਉਪਕਾਰ ਭਲਾਈ। ਮਾਸੀ ਚੰਦੋ ਰਾਣੀ ਜੀ, ਜਿਹੜਾ ਪਰਉਪਕਾਰ ਨਾ ਚੰਗਾ ਉਹ ਮੇਰੇ ਉੱਪਰ ਕਰ ਦਿਓ, ਭਰਜਾਈ ਨੂੰ ਇੱਥੇ ਹੀ ਰਹਿਣ ਦਿਓ। ਜੇ ਹੱਠ ਕਰ ਲੈ, ਜੇ ਹੱਠ ਕਰ ਲੈ ਜਾਵੋ ਆਪਹੀ। ਜੇ ਤੁਸੀਂ ਵੀ ਹੱਠ ਕਰ ਲਓ ਵੀ ਨਹੀਂ ਅਸੀਂ ਧੀ ਕੋ ਛੱਡ ਕੇ ਜਾਈਏ, ਸਾਡੀ ਮਰਜ਼ੀ, ਅਸੀਂ ਨਹੀਂ ਇੱਥੇ ਰਹਿਣ ਦੇਣੀ ਹੈ, ਜੇ ਇਸ ਤਰ੍ਹਾਂ ਤੁਸੀਂ ਹੱਠ ਜਾ ਕਰਕੇ ਹੁਣ ਲੈ ਹੀ ਜਾਓ। ਉਧਰ ਜਾਏ ਹਿਰਦਾ ਮਮ ਤਬਹੀ। ਮੇਰਾ ਜਿਹੜਾ ਹਿਰਦਾ ਨਾ ਉਧਰ ਜਾਏਗਾ, ਦਿਲ ਮੇਰਾ ਜਿਹੜਾ ਢਲ ਜਾਏਗਾ, ਮਨ ਜਿਹੜਾ ਟੁੱਟ ਜਾਏਗਾ। ਦੋਹਰਾ ਮੂਲਾ ਭਾਕੇ ਅਬ ਇਹਾਂ। ਭੈਣ ਨਾਨਕੀ ਦੇ ਬਚਨ ਸੁਣ ਕੇ ਗੁਰੂ ਜੀ ਦਾ ਜੋ ਸਹੁਰਾ ਮੂਲ ਚੰਦ ਹੈ ਉਹ ਇਸ ਤਰ੍ਹਾਂ ਕਿਹਾ ਉਸਨੇ, ਤਜ ਕਰ ਹਮ ਨਹ ਜਾਏ। ਨਾਨਕੀ ਮੈਂ ਤੇ ਸਿੱਧੀ ਗੱਲ ਕਹਿਣਾ, ਜੋ ਹੋ ਗਿਆ ਸੋ ਹੋ ਗਿਆ। ਮੈਂ ਆਪਣੀ ਧੀ ਸੁਲੱਖਣੀ ਨੂੰ ਛੱਡ ਕਰਕੇ ਤੇ ਹੁਣ ਇੱਥੇ ਬਿਲਕੁਲ ਨਹੀਂ ਜਾਣਾ ਹੈ। ਲੈ ਜਾਵਾਂਗੇ ਸੰਗ ਨਿਜ। ਅਸੀਂ ਤੇ ਆਪਣੀ ਧੀ ਨੂੰ ਔਖਿਆਂ ਨਹੀਂ ਵੇਖ ਸਕਦੇ, ਇਸ ਕਰਕੇ ਆਪਣੇ ਨਾਲ ਹੀ ਲੈ ਜਾਣਾ ਬਟਾਲੇ ਵਿਖੇ। ਰਹਿਣ ਨਾ ਹਇਆ ਬਨ ਆਏ। ਇੱਥੇ ਵੀ ਮੇਰੀ ਧੀ ਰਵੇ, ਸੌਖੀ ਰਵੇ ਤੇ ਗੱਲ ਕਿਤੇ ਹੋ ਹੀ ਨਹੀਂ ਸਕਦੀ। ਇੱਥੇ ਰਹਿਣਾ ਬਣਦਾ ਹੀ ਨਹੀਂ ਹੈ ਹੁਣ। ਚੌਪਈ ਬਹਰ ਨਾਨਕੀ ਬਚਨ ਉਚਾਰੇ। ਮੂਲ ਚੰਦ ਤੋਂ ਸੁਣ ਕੇ ਭੈਣ ਨਾਨਕੀ ਜੀ ਨੇ ਬਚਨ ਕਹੇ ਹਨ। ਸੁਨ ਮਾਸੀ ਨਹ ਜੋਰ ਹਮਾਰੇ। ਕਹਿਣ ਲੱਗੇ ਐ ਭੈਣ ਨਾਨਕੀ ਜੀ ਕਿ ਚੰਦੋ ਰਾਣੀ ਮਾਸੀ, ਵੇਖੋ ਤੁਹਾਡੀ ਧੀ ਹੈ, ਅਸੀਂ ਕੀ ਕਹਿ ਸਕਦੇ, ਸਾਡਾ ਕੋਈ ਜ਼ੋਰ ਨਹੀਂ ਹੈ ਤੁਹਾਡੇ ਅੱਗੇ। ਹਮਾਰੀ ਬਿਨਤੀ ਸੁਨਹੁ ਜੇ ਕਾਨਾ। ਅਸੀਂ ਤੇ ਇਹੀ ਕਹਿੰਨੀ ਆ, ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ, ਜੇ ਤੁਸੀਂ ਆ ਕੰਨ ਦੇ ਕੇ ਧਿਆਨ ਨਾਲ ਸੁਣੋ ਮੇਰੀ ਬੇਨਤੀ। ਸ਼ੋਰ ਜਾਹੂ ਤੁਮ ਇਹ ਅਸਥਾਨਾ। ਜੋ ਭਰਜਾਈ ਹੈ ਇਹਨੂੰ ਤੁਸੀਂ ਇੱਥੇ ਬੱਚਿਆਂ ਦੇ ਸਮੇਤ ਇਹ ਸਥਾਨ ਤੇ ਭਾਵ ਮੇਰੇ ਘਰ ਵਿੱਚ ਹੀ ਸੁਲਤਾਨਪੁਰ ਹੀ ਛੱਡ ਜਾਓ। ਸਭ ਕੀ ਸੁਧ ਲੇਵਹਿ ਕਰਤਾਰਾ। ਮਾਸੜ ਜੀ, ਮਾਸੀ ਜੀ, ਆ ਕਾਹਨੂੰ ਤੁਸੀਂ ਜਿਹੜੀ ਹੈ ਚਿੰਤਾ ਕਰਦੇ ਹੋ, ਜਿਹੜਾ ਕਰਤਾਰ ਪਰਮੇਸ਼ਰ ਜਿਹਨੇ ਪੈਦਾ ਕੀਤਾ ਉਹਦੇ ਸਭ ਦੀ ਖਬਰ ਸਾਰ ਲੈਂਦਾ ਹੀ ਹੈ। ਇਹ ਅਸੀਂ ਤੇ ਜੀਵ ਜਿਹੜਾ ਧਰਤੀ 'ਤੇ ਤੁਰੇ ਫਿਰਦੇ ਉਹਦੇ ਪਰਮਾਤਮਾ ਪਰਮੇਸ਼ਰ ਜੜ੍ਹਾਂ ਵਿੱਚ, ਥਲਾਂ ਵਿੱਚ, ਸੁੱਕੀਆਂ ਥਾਵਾਂ 'ਤੇ, ਲੱਕੜਾਂ ਦੇ ਵਿੱਚ, ਪੱਥਰਾਂ ਵਿੱਚ ਸਭ ਦੀ ਖਬਰ ਸਾਰ ਲੈ ਰਿਹਾ ਹੈ। ਕਰਹਿ ਸੇਵ ਬਲ ਜਿਤੋ ਹਮਾਰਾ। ਬਾਕੀ ਸਾਡੇ ਦੋਵਾਂ ਜੀਆਂ ਕੋਲੋਂ ਵੀ ਜੋ ਸਰੇਗਾ, ਜਿੰਨੀ ਕੁ ਸਾਡਾ ਬਲ ਹੋਵੇਗਾ, ਸ਼ਕਤੀ ਹੋਊਗੀ, ਅਸੀਂ ਵੀ ਇਹਨਾਂ ਦੀ ਸੇਵਾ ਕਰਾਂਗੇ ਜੋ ਬਣੇਗੀ। ਅਸਨ ਬਸਨ ਬਹੁ ਪ੍ਰਭ ਨਾ ਦੀਨਾ। ਪ੍ਰਭੂ ਪਰਮੇਸ਼ਰ ਪਰਮਾਤਮਾ ਨੇ ਆ ਘਰ ਦੇ ਵਿੱਚ ਖਾਣ ਨੂੰ ਭੋਜਨ ਦੀਆਂ ਵਸਤਾਂ, ਪਾਉਣ ਨੂੰ ਕੱਪੜਾ ਤੇ ਪਹਿਲਾਂ ਹੀ ਬਹੁਤ ਦਿੱਤਾ ਹੋਇਆ ਹੈ। ਰਲ ਮਿਲ ਖਾਵਹਿ ਭੇਦ ਬਹੀਨਾ। ਆ ਬਿਨਾ ਵਿਤਕਰੇ ਤੋਂ, ਬਿਨਾ ਭੇਦ ਤੋਂ, ਪਰਾਏ ਆਪਣੇ ਸਮਝੇ ਤੋਂ ਬਿਨਾ ਰਲ ਮਿਲ ਕੇ ਤੇ ਇੱਥੇ ਛਕੀ ਛਕਾਈ ਜਾਵਾਂਗੇ ਇਕੱਠੇ ਹੋ ਕੇ। ਇਹ ਠਾ ਰਹਿਣਾ ਨਾ ਤੁਮ ਮਨ ਭਾਈ। ਬਾਕੀ ਜੇ ਤੁਹਾਨੂੰ ਐਵੇਂ ਵੀ ਲੱਗਦਾ ਵੀ ਅਸੀਂ ਧੀ ਇੱਥੇ ਰਹਿਣ ਨਹੀਂ ਦੇਣੀ ਹੈ, ਸਾਡੇ ਮਨ ਨੂੰ ਨਹੀਂ ਚੰਗਾ ਲੱਗਦਾ, ਵੀ ਤੁਹਾਡੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਇੱਥੇ ਰਹਿਣ ਦੀ, ਵੀ ਸਾਡੀ ਧੀਏ ਸੁਲਤਾਨਪੁਰ ਵਿੱਚ ਹੀ ਰਹਿਣਾ ਕਰੇ, ਤੋ ਤਲਵੰਡੀ ਦੇਹ ਪੁਜਾਈ। ਤੁਸੀਂ ਫਿਰ ਐਵੇਂ ਕਰੋ ਕਿ ਜਿੱਥੇ ਮੇਰੇ ਮਾਤਾ ਪਿਤਾ, ਮਾਤਾ ਤ੍ਰਿਪਤਾ ਜੀ, ਪਿਤਾ ਕਲਿਆਣ ਚੰਦ ਹਨ, ਉਹ ਤਲਵੰਡੀ ਉੱਥੇ ਹੀ ਪਹੁੰਚਾ ਦਿਓ। ਮੈਂ ਵੀ ਪਹੁੰਚਾ ਦਿਆਂਗੀ ਜੇ ਤੁਸੀਂ ਨਹੀਂ ਜਾ ਸਕਦੇ। ਰਹਿ ਸਾਸ ਕੇ ਨਿਕਟ ਸੁਖਾਰੀ। ਉੱਥੇ ਮੇਰੀ ਮਾਂ ਤ੍ਰਿਪਤਾ ਜੀ ਕੋਲ, ਭਾਵ ਇਹਨਾਂ ਦੇ ਇਹ ਆਪਣੀ ਸੱਸ ਕੋਲ ਉੱਥੇ ਰਹਿਣਗੇ ਤੇ ਬੜਾ ਸੌਖਾ ਜਿਹੜਾ ਦਿਨ ਕੱਟਣਗੇ, ਰਹਿਣਗੇ। ਰਹਿ ਸਾਸ ਕੇ ਨਿਕਟ ਸੁਖਾਰੀ, ਸੱਸ ਦੇ ਕੋਲ ਇਹ ਬੜਾ ਸੌਖੇ ਹੀ ਰਹਿਣਗੇ। ਕਰਹਿ ਸੋ ਪੁੱਤਰਣਾ ਕੀ ਪ੍ਰਤਪਾਰੀ। ਉੱਥੇ ਆਪੇ ਹੀ ਤ੍ਰਿਪਤਾ ਮਾਤਾ ਜੀ ਬੜੇ ਚਾਅ ਨਾਲ ਵੀ ਮੇਰੇ ਪੋਤਰੇ ਹਨ ਛੋਟੇ ਛੋਟੇ, ਤੇ ਹਰ ਤਰ੍ਹਾਂ ਨਾਲ ਪ੍ਰਤਪਾਲਣਾ ਕਰੇਗੀ, ਪਾਲੇਗੀ ਇਹਨਾਂ ਨੂੰ, ਚਾਅ ਨਾਲ ਲਾਡ ਪਿਆਰ ਕਰੇਗੀ। ਤੈਨਾ ਕੇ ਮਨ ਕੀ ਜਾਨ ਜਰਾਮੋ। ਇੱਧਰ ਭੈਣ ਨਾਨਕੀ ਜੀ ਦੇ ਕਈ ਕੁਝ ਬਚਨ ਕਰ ਰਹੇ ਐ, ਸਮਝਾ ਰਹੇ ਐ
ਉਧਰ ਜੋ ਗੁਰੂ ਜੀ ਦੇ ਜੀਜਾ ਜੀ ਜੈ ਰਾਮ ਹਨ, ਉਹਨਾਂ ਨੇ ਇਹਨਾਂ ਦੇ ਮਨ ਦੀ ਜਾਣ ਕੇ ਵੀ ਗੁਰੂ ਜੀ ਦੀ ਜਿਹੜੀ ਸੱਸ ਚੰਦੋ ਰਾਣੀ ਮੂਲ ਚੰਦ ਨੇ ਟਾਲਣਾ ਤੇ ਕੋਈ ਹੈ ਨਹੀਂ ਹੈ। ਤਜਹਿ ਨਾ ਲੈ ਜਾਵਹਿ ਨਿਜ ਧਾਮ, ਇਹਨਾਂ ਨੇ ਛੱਡ ਕੇ ਤੇ ਜਾਣਾ ਨਹੀਂ, ਆਪਣੇ ਘਰ ਲੈ ਜਾਣਾ ਹੈ। ਅਨਕ ਜਤਨ ਕਰ ਰਹੇ ਨਾ ਮਨ ਹੈ, ਅਨੇਕਾਂ ਅਸੀਂ ਯਤਨ ਕਰ ਰਹੇ ਹਾਂ, ਮਨਾ ਰਹੇ ਹਾਂ, ਇਹ ਮੰਨਦੇ ਨਹੀਂ ਹਨ। ਤੈਨਾ ਸੋ ਇਹ ਬਿਦ ਬਚਨ ਬਖਾਨ ਹੈ। ਫਿਰ ਇਹ ਸਭ ਵਿਚਾਰ ਕੇ ਭਾਈਆ ਜੈ ਰਾਮ ਜੀ ਨੇ ਮੂਲ ਚੰਦ ਹੋਣਾ ਨੇ ਇਸ ਤਰ੍ਹਾਂ ਦੇ ਬਚਨ ਕਹੇ। ਦੋਹਰਾ ਸ੍ਰੀ ਚੰਦ ਕੋ ਸ਼ੋਰੀਏ ਲੈ, ਸ਼ੋਰੀਏ ਸ੍ਰੀ ਚੰਦ ਕੋ ਸ਼ੋਰੀਏ। ਕਹਿਣ ਲੱਗੇ ਭਾਈਆ ਜੈ ਰਾਮ ਜੀ ਵੀ ਮੂਲ ਚੰਦ ਮਾਸੜ ਜੀ ਠੀਕ ਹੈ, ਜੇ ਤੁਸਾਂ ਨੇ ਜਾਣਾ ਹੀ ਹੈ ਤੇ ਆ ਲਖਮੀ ਦਾਸ ਜੀ ਨੂੰ ਤੇ ਸੁਲੱਖਣੀ ਨੂੰ ਭਰਜਾਈ ਸਾਡੀ ਨੂੰ ਲੈ ਜਾਓ, ਤੇ ਜੋ ਸ਼੍ਰੀ ਚੰਦ ਉਹਨੂੰ ਤੇ ਇੱਥੇ ਹੀ ਛੱਡ ਜਾਈਏ। ਲੈ ਜਾਵੋ ਤਿਹ ਮਾਤ, ਇਹਨਾਂ ਦੇ ਜੋ ਮਾਤਾ ਸੁਲੱਖਣੀ ਭਾਵ ਆਪਣੀ ਧੀ ਨੂੰ ਤੇ ਦੋਤੇ ਆਪਣੇ ਲਖਮੀ ਦਾਸ ਨੂੰ ਲੈ ਜਾਓ, ਤੇ ਜਿਹੜਾ ਸ਼੍ਰੀ ਚੰਦ ਉਹਨੂੰ ਇੱਥੇ ਹੀ ਛੱਡ ਜਾਈਏ। ਬਹੁ ਝਗਰੇ ਸੋ ਮਨੇ ਇਵ, ਇਸ ਤਰ੍ਹਾਂ ਬਹੁਤ ਝਗੜਾ ਰੌਲਾ ਰੱਪਾ ਕਰਦਿਆਂ ਮੰਨੇ ਇਹ ਬਚਨ ਥੋੜਾ ਜਿਹਾ। ਵੀ ਸਲਾਹੇ ਬਾਤ, ਇਸ ਤਰ੍ਹਾਂ ਦੀ ਜਿਹੜੀ ਸਲਾਹ ਹੋਈ ਹੈ ਕਿ ਠੀਕ ਹੈ ਸ਼੍ਰੀ ਚੰਦ ਨੂੰ ਛੱਡ ਜਾਂਦੇ ਆ, ਆਪਣੀ ਨਾ ਧੀ ਛੱਡ ਕੇ ਜਾਣੀ ਨਾ ਦੋਤਾ ਛੱਡ ਕੇ ਜਾਣਾ ਲਖਮੀ ਦਾਸ। ਜੋ ਪਈ ਸ੍ਰੀ ਚੰਦ ਜੋ ਰਹੇ ਵਾਸੂ, ਭੈਣ ਨਾਨਕੀ ਜਿਵੇਂ ਸਮਝਦੇ ਆ ਵੀ ਜੋ ਸ਼੍ਰੀ ਚੰਦ ਮੇਰੇ ਭਤੀਜੇ ਜੇ ਆ ਮੇਰੇ ਘਰ ਵਿੱਚ ਰਹਿਣਗੇ, ਤਦਪ ਔਰ ਮੁਝ ਬਹੁ ਤਿਰਵਾਸੂ, ਫੇਰ ਵੀ ਜੇ ਰਹਿਣਗੇ ਤੇ ਮੇਰੇ ਹਿਰਦੇ ਵਿੱਚ ਬਹੁਤ ਜਿਹੜਾ ਆਸਰਾ ਰਹੇਗਾ, ਧੀਰਜ ਵਸੀ ਰਹੂਗੀ ਵੀ ਚਲੋ ਕੋਈ ਨਾ ਕੋਈ ਤੇ ਘਰ ਵਿੱਚ ਹੈ। ਲੇਤ ਦੇਤ ਮਾਸੀ ਸੁਧ ਰਹੀਏ, ਫਿਰ ਭੈਣ ਨਾਨਕੀ ਜੀ ਨੇ ਕਿਹਾ ਕਿ ਮਾਸੀ ਚੰਦੋ ਰਾਣੀ ਜੀ ਗੁੱਸਾ ਨਾ ਮਨ ਵਿੱਚ ਕਰ ਲਿਓ, ਹੁਣ ਚੱਲੇ ਤੇ ਚਲੋ ਹੈ ਹੀ ਆ ਲੈਣ ਦੇਣ ਦੀ ਜਿਹੜੀ ਖਬਰ ਸਾਰੋ ਲੈਂਦੇ ਰਹੀਏ। ਆਵਤ ਜਾਤ ਸੰਦੇਸੇ ਕਹੀਏ, ਆਉਂਦਿਆਂ ਜਾਂਦਿਆਂ ਜਿਹੜਾ ਕੋਈ ਸੁਣਾ ਹੈ, ਕੋਈ ਸਲਾਹ ਮਸ਼ਵਰਾ ਹੈ, ਇੱਧਰ ਉੱਧਰ ਸੁਨੇਹਾ ਦੇਣਾ ਉਹ ਵੀ ਕਹਿੰਦੇ ਰਹੀਏ। ਬਿਸਰ ਨਾ ਜਾਈਏ ਔਰ ਹਿਤ ਧਰੀਏ, ਮਾਸੀ ਜੀ ਹਿਰਦੇ ਵਿੱਚ ਪ੍ਰੇਮ ਰੱਖੀਏ, ਸਾਨੂੰ ਆ ਭੁੱਲ ਨਾ ਜਾਈਏ ਵੀ ਸਾਡੇ ਨਾਲ ਮਾੜੀ ਕੀਤੀ ਇਹਨਾਂ। ਕਦੇ ਆਪ ਆਮਨ ਮਨ ਕਰੀਏ, ਕਦੇ ਵੀ ਜਦੋਂ ਆਪ ਜੀ ਦਾ ਆਉਣ ਦਾ ਮਨ ਕਰੇ ਤੇ ਝਿਜਕਣਾ ਨਹੀਂ ਹੈ, ਬੜੇ ਚਾਅ ਨਾਲ ਆਉਣਾ, ਤੁਹਾਡਾ ਹੀ ਘਰ ਇਹ। ਹਮਰੇ ਅਵਗੁਣ ਮਨ ਨਾ ਵਿਚਰੀਏ ਅਸੀਂ ਤੇ ਛੋਟੇ ਆ, ਤੁਸੀਂ ਵੱਡੇ ਹੋ, ਸਾਡੇ ਜਿਹੜੇ ਔਗਣ ਹੈ ਵੀ ਬੇਸਮਝ ਅਸੀਂ, ਸਾਡੇ ਔਗਣ ਨਾ ਮਨ 'ਚ ਵਿਚਾਰੀਏ, ਪ੍ਰੇਮ ਪਿਆਰ ਹੀ ਰੱਖੀਏ। ਪਾਛਲ ਰੋਸ ਸਰਬ ਸੋ ਹਰੀਏ, ਪਿਛਲਾ ਜਿਹੜਾ ਕੋਈ ਰੋਸ ਮੁਜ਼ਾਹਰਾ ਤੁਸੀਂ ਕੀਤਾ, ਗੁੱਸਾ ਕਰਦੇ ਰਹੇ, ਉਹਨੂੰ ਸਾਰਾ ਨਾਸ ਕਰ ਦਈਏ। ਭਇਓ ਤਿਆਰ ਚਲਨ ਕੋ ਜਬ ਹੀ, ਇੱਧਰ ਜਦੋਂ ਚੱਲਣ ਨੂੰ ਤਿਆਰ ਹੋਏ ਐ ਸਾਰੇ, ਮੇਰੀ ਸੁਲੱਖਣੀ ਹਿਤ ਕਰ ਤਬ ਹੀ, ਮਾਤਾ ਜੋ ਸੁਲੱਖਣੀ ਹੈ ਬਹੁਤ ਪ੍ਰੇਮ ਕਰਕੇ ਤਦੋਂ ਮਿਲੀ ਹੈ ਭੈਣ ਨਾਨਕੀ ਨਾਲ। ਲੋਚਨ ਨੀਰ ਵਿਮੋਚਤ ਦੋ, ਦੋਵੇਂ ਇੱਧਰ ਭੈਣ ਨਾਨਕੀ ਜੀ ਉਧਰ ਮਾਤਾ ਸੁਲੱਖਣੀ ਜੀ ਨੇਤਰਾਂ ਵਿੱਚੋਂ ਬੜਾ ਜਲ ਘੇਰਦੇ, ਅਥਰੂ ਘੇਰਦੇ ਹਨ। ਭਾਈ ਬਿਰਹ ਤੇ ਦੁਖੀਆ ਸੋ, ਦੋਵੇਂ ਜਾਣੀਆਂ ਜਿਹੜਾ ਹੈ ਨਾ ਵਿਛੋੜੇ ਕਰਕੇ ਬੜਾ ਦੁੱਖ ਹੋ ਰਿਹਾ ਹੈ। ਦੋਹਰਾ ਪ੍ਰੇਮ ਹਿਰਦਾ ਗਦ ਗਦ ਕਰ, ਪ੍ਰੇਮ ਹਿਰਦਾ ਗਦ ਗਦ ਗਿਰਾ, ਹਿਰਦੇ ਵਿੱਚ ਤੇ ਇੰਨਾ ਪ੍ਰੇਮ ਆ ਗਿਆ ਹੈ ਜਿਹੜਾ ਗਲ ਉਹਦੇ ਗਦ ਗਦ ਹੋ ਗਿਆ, ਕੰਠ ਰੁਕ ਗਿਆ, ਭਰ ਆਇਆ ਹੈ ਗਲਾ। ਧਰਿਓ ਚਰਨ ਪਰਸੀਸ, ਮਾਤਾ ਸੁਲੱਖਣੀ ਜੀ ਨੇ ਸਤਿਕਾਰ ਕਰਦਿਆਂ ਹੋਇਆਂ ਭੈਣ ਨਾਨਕੀ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖਣਾ ਕੀਤਾ ਹੈ। ਲਾਏ ਗਰੇ ਸੋਨਾ ਨਕੀ, ਭੈਣ ਨਾਨਕੀ ਜੀ ਬੜੇ ਭਗਤਨੀ ਹਨ, ਬੜਾ ਭਗਤਾਂ ਵਾਲਾ ਸੁਭਾਅ ਹੈ। ਉਹ ਚਰਨਾਂ ਦੇ ਡਿੱਗਣ ਨਹੀਂ ਦਿੱਤਾ ਹੈ ਤੇ ਬਾਹਾਂ ਤੋਂ ਫੜ ਕੇ ਕਿ ਭਰਜਾਈ ਇਸ ਤਰ੍ਹਾਂ ਕਾਹਨੂੰ ਕਰਦੇ ਹੋ,
ਤੇ ਘੁੱਟ ਕੇ ਗਲ ਨਾਲ ਲਾ ਲਿਆ ਹੈ। ਹਿਤ ਸੋ ਦੀਨ ਅਸੀਸ ਬੜੇ ਪ੍ਰੇਮ ਨਾਲ ਸੀਸ ਦਿੱਤੀ ਹੈ ਵੀ ਮੇਰੀ ਪਰਜਾਈ ਤੂੰ ਸਦਾ ਹੀ ਸੁਹਾਗਣ ਰਹੇ। ਚੌਪਈ ਲਖਮੀ ਦਾਸ ਸੀਸ ਕਰ ਫੇਰਾ। ਇੱਧਰ ਭੈਣ ਨਾਨਕੀ ਜੀ ਨੇ ਵੀ ਮੇਰਾ ਭਤੀਜਾ ਲਖਮੀ ਦਾਸ ਛੋਟਾ ਜਿਹਾ ਚਲਿਆ ਜਾ ਰਿਹਾ ਹੈ ਅੱਜ। ਉਹ ਪ੍ਰੇਮ ਵਿੱਚ ਆ ਕੇ ਲਖਮੀ ਦਾਸ ਜੀ ਦੇ ਸੀਸ ਦੇ ਉੱਪਰ ਹੱਥ ਫੇਰਿਆ ਹੈ ਭੈਣ ਨਾਨਕੀ ਜੀ ਨੇ ਪਿਆਰ ਨਾਲ। ਕਰਤ ਦੁਲਾਰ ਪ੍ਰੇਮ ਬਹੁ ਬੇਰਾ। ਬਹੁਤਾ ਪ੍ਰੇਮ ਕਰਦੇ, ਬਹੁਤੀ ਵਾਰੀ ਲਾਡ ਪਿਆਰ ਕਰ ਰਹੇ ਹਨ। ਆਨਨ ਭਨਤ ਨਾ ਜਾਣਤ ਤਿਨ ਕੋ। ਇੱਧਰ ਲਖਮੀ ਦਾਸ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਛੋਟੇ ਜਿਹੇ ਹਨ, ਜਿਸ ਕਰਕੇ ਮੁੱਖੋਂ ਕੁਝ ਕਹਿੰਦੇ ਨਹੀਂ ਹੈ ਤੇ ਜਾਣਦੇ ਵੀ ਨਹੀਂ ਕਿ ਮੇਰੀ ਭੂਆ ਜੀ ਹਨ। ਹੀਰ ਬਿਰਹਿ ਹੋਵਤ ਦੁਖ ਮਨ ਕੋ। ਬਾਕੀ ਦੇਖ ਦੇਖ ਕੇ ਵਿਛੋੜਾ ਜਿਹਾ ਹੋਣ ਕਰਕੇ ਮਨ ਨੂੰ ਬੜਾ ਦੁੱਖ ਹੋ ਰਿਹਾ ਹੈ ਲਖਮੀ ਦਾਸ ਜੀ ਦੇ ਹਿਰਦੇ ਵਿੱਚ ਵੀ। ਸ੍ਰੀ ਚੰਦ ਕੋ ਲੈ ਨਿਜ ਅੰਕਾਰ। ਭੈਣ ਨਾਨਕੀ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਜਿਹੜਾ ਪਕੜਿਆ ਹੋਇਆ ਸੀ, ਇੱਧਰ ਮਾਤਾ ਸੁਲੱਖਣੀ ਜੀ ਨੇ ਸੋਚਿਆ ਵੀ ਮੈਂ ਆਪਣੇ ਸਪੁੱਤਰ ਵੱਡੇ ਨੂੰ ਛੱਡ ਕੇ ਸੁਲਤਾਨਪੁਰੀ ਜਾ ਰਹੀ ਹਾਂ, ਤੇ ਕੀ ਕੀਤਾ ਹੈ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਲੈ ਕਰਕੇ ਆਪਣੇ ਗਲ ਨਾਲ ਲਾ ਲਿਆ ਮਾਤਾ ਸੁਲੱਖਣੀ ਜੀ ਨੇ। ਸੁੰਗਤ ਮਾਤਾ ਬਦਨ ਮਯੰਕਾ। ਮਾਤਾ ਸੁਲੱਖਣੀ ਜੀ ਜੋ ਚੰਦਰ ਵਰਗਾ ਮੁਖ ਹੈ ਬਾਬਾ ਸ਼੍ਰੀ ਚੰਦ ਜੀ ਦਾ, ਬਾਰ-ਬਾਰ ਚੁੰਮਦੇ ਹੈ ਮੱਥੇ ਨੂੰ। ਜਿਉ ਗੋਬਤ ਸਹਿ ਤਜ ਨਾ ਸਕਾਹੀ। ਜਿਸ ਤਰ੍ਹਾਂ ਜਿਹੜੀ ਗਾਂ ਆਪਣੇ ਬੱਚੇ ਨੂੰ ਛੱਡ ਨਹੀਂ ਨਾ ਸਕਦੀ, ਤਿਉ ਲਗਾਏ ਗਰ ਸ਼ੋਰਤ ਨਾਹੀ। ਮਾਤਾ ਸੁਲੱਖਣੀ ਉਧਰ ਤੇ ਵੇਖ ਲੋ ਜਾਨਵਰ ਹੈ ਜਿਹਦਾ ਇੰਨਾ ਪ੍ਰੇਮ ਆਪਣੇ ਬੱਚੇ ਨਾਲ, ਇੱਧਰ ਉੱਧਰ ਹੋ ਜਾਵੇ ਤੇ ਉਹ ਗਾਂ ਨੂੰ ਚੈਨ ਨਹੀਂ ਆਉਂਦਾ ਹੈ, ਪਰ ਇਹ ਮਾਤਾ ਸੁਲੱਖਣੀ ਦੇ ਇਨਸਾਨ ਹੈ, ਮਹਾਨ ਹੈ। ਉਸੇ ਤਰ੍ਹਾਂ ਕਹਿੰਦੇ ਆਪਣੇ ਗਲ ਨਾਲ ਲਾ ਲਿਆ ਹੈ ਸ਼੍ਰੀ ਚੰਦ ਜੀ ਨੂੰ ਤੇ ਛੱਡ ਹੀ ਨਹੀਂ ਰਹੇ। ਰੁਦਨ ਅਛਰ ਸੋ ਬਦਨ ਭਿਗੋਏ। ਰੋਂਦਿਆਂ ਹੋਇਆਂ ਸ੍ਰੀ ਮੁਖ ਉੱਪਰ ਜਿਹੜਾ ਅਥਰੂ ਕੇਰ ਕੇਰ ਕੇ ਸਾਰਾ ਮੁਖ ਹੀ ਭਿਉਂ ਲਿਆ ਹੈ ਸ਼੍ਰੀ ਚੰਦ ਜੀ ਦਾ ਵੀ ਤਾਂ ਆਪਣਾ ਵੀ। ਦੋਹੇ ਦਿਸ਼ ਮੋਹ ਵਿਖਾ ਮਨ ਭੋਏ। ਦੋਵੇਂ ਤਰਫੋਂ ਜਿਹੜਾ ਮਨ ਹੈ ਨਾ ਮੋਹ ਦੇ ਵਿੱਚ ਬੜਾ ਭਿੱਜ ਗਿਆ ਹੈ। ਬਾਬਾ ਸ਼੍ਰੀ ਚੰਦ ਜੀ ਵੀ ਭਾਵੇਂ ਉਮਰ ਛੋਟੀ ਹੈ ਰੋ ਰਹੇ ਹਨ, ਅੱਖਾਂ 'ਚ ਅਥਰੂ ਕੇਰਦੇ ਹੈ। ਮਾਤਾ ਸੁਲੱਖਣੀ ਜੀ ਵੀ ਅੱਖਾਂ 'ਚ ਅਥਰੂ ਕੇਰਦੇ ਹਨ। ਸ੍ਰੀ ਜੈ ਰਾਮ ਨਾਨਕੀ ਦੋ। ਭੈਣ ਨਾਨਕੀ ਜੀ ਤੇ ਭਾਈਆ ਜੋ ਹੈ ਜੈ ਰਾਮ ਜੀ। ਲੋਚਨ ਤੇ ਜਲ ਮੋਚਤ ਸੋ। ਵੀ ਕਿਹੋ ਜਿਹਾ ਸਮਾਂ ਅੱਜ ਆ ਗਿਆ ਹੈ, ਦੇਖ ਦੇਖ ਕੇ ਨੇਤਰਾਂ 'ਚੋਂ ਜਲ ਉਹ ਵੀ ਘੇਰਦੇ, ਉਹ ਵੀ ਅਥਰੂ ਘੇਰਦੇ ਹਨ। ਰੁਦਨ ਕਰਤ ਸਭ ਦਾਸੀ ਦਾਸਾ। ਜਿੰਨੀਆਂ ਦਾਸੀਆਂ ਹਨ ਨੌਕਰਾਣੀਆਂ ਤੇ ਜਿੰਨੇ ਦਾਸ ਹੈ ਉਹ ਵੀ ਸਾਰੇ ਵਿਰਾਗ ਕਰਦੇ ਹੈ, ਨੇਤਰਾਂ 'ਚ ਜਲ ਉਹ ਵੀ ਘੇਰ ਰਹੇ ਹਨ। ਫਿਰ ਹੈ ਜਨਤ ਮਨ ਭਾ ਦੁਖ ਰਾਸਾ। ਵਿਛੋੜੇ ਨੂੰ ਜਾਣ ਕੇ ਵੀ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਅੱਜ ਬਟਾਲੇ ਜਾ ਰਹੇ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਹੈ ਕੋਈ ਨਹੀਂ ਹੈ। ਅੱਜ ਕਿਹੋ ਜਿਹਾ ਸਮਾਂ ਆ ਗਿਆ ਹੈ, ਮਨ ਵਿੱਚ ਬਹੁਤ ਜਿਹੜਾ ਦੁੱਖ ਹੋ ਰਿਹਾ ਸਭ ਦੇ। ਮੂਲ ਚੰਦ ਪੁਨ ਚੰਦੋ ਰਾਨੀ। ਮੂਲ ਚੰਦ ਗੁਰੂ ਜੀ ਦਾ ਸਹੁਰਾ ਤੇ ਸੱਸ ਚੰਦੋ ਰਾਣੀ। ਰੋਦਨ ਕਰਤ ਬਿਕੁਲ ਪੀ ਬਾਣੀ। ਉਹ ਵੀ ਰੋਣਾ ਕਰ ਰਹੇ ਹੈ, ਜਿਹੜਾ ਗਲ ਹੈ ਬਾਣੀ ਹੈ, ਜਿਹੜਾ ਬੋਲ ਚਾਲ ਉਹ ਵੀ ਵਿਆਕਲ ਜਿਹਾ ਹੋਇਆ, ਬਚਨ ਕਰਦੇ ਉਹ ਪੂਰਾ ਬਚਨ ਨਹੀਂ ਮੂੰਹੋਂ ਨਿਕਲਦਾ। ਨਗਰ ਨਾਰ ਮਿਲਨੇ ਜੋ ਆਈ। ਸੁਲਤਾਨਪੁਰ ਦੀਆਂ ਮਾਈਆਂ ਬੀਬੀਆਂ ਜਿਹੜੀਆਂ ਮਿਲਣ ਵਾਸਤੇ ਮਾਤਾ ਸੁਲੱਖਣੀ ਜੀ ਨੂੰ ਆਈਆਂ ਹਨ, ਸਭ ਲੋਚਨ ਜਲ ਧਾਰ ਬਹਾਈ। ਸਾਰੀਆਂ ਆਪਣੇ ਨੇਤਰਾਂ ਵਿੱਚੋਂ ਜਲ ਦੀਆਂ ਧਾਰਾਂ ਬਹਾ ਰਹੀਆਂ, ਸਾਰੀਆਂ ਅਥਰੂ ਘੇਰ ਰਹੀਆਂ ਹਨ। ਬਾਰ ਬਾਰ ਮਿਲ ਕਰ ਬਹੁ ਭਾਂਤੀ। ਬਹੁਤ ਤਰ੍ਹਾਂ ਨਾਲ ਬਾਰ ਬਾਰ ਆ ਕੇ ਮਿਲਣਾ ਕਰਦੀਆਂ। ਸੁਲੱਖਣੀ ਤੂੰ ਚਲੀ ਚੱਲੀ ਹੈ,
ਸਾਡਾ ਕਿਵੇਂ ਚਿੱਤ ਲੱਗੇਗਾ ਸੁਲਤਾਨਪੁਰ। ਬਹਰ ਬਹਰ ਭਰ ਆਵਤ ਛਾਤੀ। ਮੋੜ ਮੋੜ ਮਿਲਦੀਆਂ ਹਨ ਤੇ ਜਿਹੜਾ ਦਿਲ ਹੈ ਉਹ ਭਰ ਆਉਂਦਾ ਹੈ। ਦਿਲ ਜਿਹੜਾ ਉਹ ਜਿਹੜਾ ਸਾਧ ਸੰਗਤ ਜੀ ਦਿਲ ਭਰ ਆਉਂਦਾ ਹੈ। ਨੇਤਰਾਂ 'ਚੋਂ ਜਲ ਸਭ ਦੇ ਕਿਰੀ ਜਾਂਦਾ, ਹੌਸਲਾ ਨਹੀਂ ਪੈਂਦਾ ਕਿਸੇ ਦੇ। ਦਿਨ ਪਹੁੰਚੜਿਓ ਪੰਥ ਵੱਡ ਜਾਣਾ। ਇੱਧਰ ਮੂਲ ਚੰਦ ਜੀ ਨੇ ਜਾਣਿਆ ਕਿ ਦਿਨ ਬਹੁਤ ਚੜ ਗਿਆ ਹੈ ਤੇ ਜਿਹੜਾ ਜਾਣਾ ਵਾਪਸ ਪੱਖੋ ਕੇ ਰੰਧਾਵਾ ਸੁਲਤਾਨਪੁਰ ਤੋਂ ਬਟਾਲੇ ਨੂੰ ਜਾਣਾ ਉਹ ਰਸਤਾ ਵੱਡਾ ਜਾਣਿਆ ਹੈ। ਚਲਹੁ ਸੋ ਮੂਲੇ ਬਚਨ ਬਖਾਨਾ। ਉਹ ਮਨ ਜਿਹਾ ਭਰ ਕੇ ਆਖਿਆ ਮੂਲ ਚੰਦ ਜੀ ਨੇ ਵੀ ਪੁੱਤਰੀ ਸੁਲੱਖਣੀ ਜਾਂ ਚੰਦੋ ਰਾਣੀ ਚਲੋ, ਰਸਤਾ ਬਹੁਤ ਵੱਡਾ ਹੈ। ਲਖਮੀ ਦਾਸ ਲੈ ਕਰ ਮਾਤਾ। ਮਾਤਾ ਸੁਲੱਖਣੀ ਜੀ ਲక్ష్ਮੀ ਦਾਸ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕਰਕੇ ਗਮਨੀ ਤਬ ਹੈ ਸੰਗ ਨਿਜ ਤਾਤਾ। ਆਪਣੇ ਪਿਤਾ ਮੂਲ ਚੰਦ ਜੀ ਨਾਲ ਹੋ ਕਰਕੇ ਤੇ ਮਾਤਾ ਸੁਲੱਖਣੀ ਜੀ ਚੱਲ ਪਏ ਹਨ। ਸ੍ਰੀ ਚੰਦ ਜੀ ਪੁਰ ਸੁਲਤਾਨਾ। ਬਾਬਾ ਸ਼੍ਰੀ ਚੰਦ ਜੀ ਇਸ ਤਰ੍ਹਾਂ ਸੁਲਤਾਨਪੁਰ ਦੇ ਵਿੱਚ ਹੀ ਰਹੇ ਨਾਨਕੀ ਟਿਕ ਸੁਖਦਾਨਾ। ਜੋ ਸੁੱਖਾਂ ਦਾ ਦਾਨ ਦੇਣ ਵਾਲੇ ਭੈਣ ਨਾਨਕੀ ਜੀ ਹੈ, ਜੋ ਸੁੱਖਾਂ ਦਾ ਦਾਨ ਦੇਣ ਵਾਲੇ ਬਾਬਾ ਸ਼੍ਰੀ ਚੰਦ ਜੀ ਹੈ, ਕੋਲ ਭੈਣ ਨਾਨਕੀ ਦੇ ਰਹੇ ਹਨ। ਲੇਕਰ ਮੂਲਾ ਤਨੀਆ ਸੰਗਾ। ਮੂਲ ਚੰਦ ਆਪਣੀ ਸੁਪੁੱਤਰੀ ਸੁਲੱਖਣੀ ਨੂੰ ਲੈ ਕੇ ਗਇਓ ਨਗਰ ਨਿਜ ਜਿਹ ਮਨ ਭੰਗਾ। ਆਪਣੀ ਸੁਪੁੱਤਰੀ ਨੂੰ ਨਾਲ ਲੈ ਕੇ ਆਪਣੇ ਨਗਰ ਜਿਹੜਾ ਚਲਿਆ ਗਿਆ ਹੈ, ਪੱਖੋ ਕੇ ਰੰਧਾਵਾ ਬਟਾਲੇ ਵਿਖੇ ਪਹੁੰਚ ਗਿਆ ਹੈ, ਜਿਹਦਾ ਮਨ ਬੜਾ ਭੰਗ ਹੋਇਆ ਹੈ, ਬੜਾ ਮਨ ਉਦਾਸ ਉਪਰਾਮ ਹੈ। ਤਬ ਤੇ ਰਹੀ ਸੁਲੱਖਣੀ ਤਹਿਵਾ। ਤਦੋਂ ਤੋਂ ਹੀ ਕਹਿੰਦੇ ਜੋ ਸੁਲੱਖਣੀ ਮਾਤਾ ਜੀ ਹੈ ਉੱਥੇ ਪੱਖੋ ਕੇ ਰੰਧਾਵਾ ਬਟਾਲੇ ਰਹੇ ਹਨ। ਜਨਨ ਜਨਕ ਕੇ ਸਦਨ ਹੈ ਜਹਵਾ। ਜਿੱਥੇ ਆ ਉਹਨਾਂ ਦੇ ਮਾਤਾ ਪਿਤਾ ਦਾ ਘਰ ਹੈ ਬਟਾਲੇ। ਕਰਤ ਦੋਹਿ ਤੇ ਕੀ ਪ੍ਰਤਪਾਲਾ। ਕਰਤ ਦੋਹੇ ਤੇ ਕੀ ਪ੍ਰਤਪਾਲਾ। ਮਹਾਰਾਜ ਜੀ ਦੇ ਸੱਸ ਸਹੁਰਾ ਆਪਣੇ ਦੋਤੇ ਲਖਮੀ ਦਾਸ ਦੀ ਬੜੀ ਪ੍ਰਤਪਾਲਣਾ ਕਰਦੇ, ਬੜਾ ਪਾਲਦੇ ਪੋਸਦੇ ਪ੍ਰੇਮ ਨਾਲ। ਲਾਲਤ ਮੂਲਾ ਆਨੰਦ ਵਿਸਾਲਾ। ਮੂਲ ਚੰਦ ਜਿਹੜਾ ਬੜਾ ਪ੍ਰੇਮ ਕਰਦਾ, ਲਾਡ ਪਿਆਰ ਕਰਦਾ ਲਖਮੀ ਦਾਸ ਜੀ ਨਾਲ, ਬੜੇ ਆਨੰਦ ਖੁਸ਼ ਰਹਿੰਦਾ ਹੈ। ਦੋਹਰਾ ਪੇਖ ਕੁਚਾਲ ਕਲ ਕਾਲ ਕੋ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਰੂਪ ਕਲਯੁਗ ਦੇ ਸਮੇਂ ਦੀ ਖੋਟੀ ਚਾਲ ਵੇਖ ਕੇ, ਕਲਯੁਗ ਨੂੰ ਵੇਖ ਕੇ ਧਰ ਪਰ ਵਪ ਧਰ ਜਾਹੇ। ਜਿਸ ਗੁਰੂ ਨਾਨਕ ਸਾਹਿਬ ਜੀ ਨੇ ਧਰਤੀ ਉੱਪਰ ਆਪਣਾ ਜਿਹੜਾ ਸਰੀਰ ਉਹ ਧਾਰਨ ਕੀਤਾ ਹੈ। ਪੂਰਨ ਹੋਇਓ ਧਿਆਏ ਅਬ। ਇੱਥੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਹ ਅਧਿਆਇ ਸੰਪੂਰਨ ਹੋਇਆ ਹੈ ਭਾਈ। ਨਮਸਕਾਰ ਮਮਤਾ ਹੈ। ਜੋ ਗੁਰੂ ਨਾਨਕ ਸਾਹਿਬ ਜੀ ਹੈ ਪਰਮੇਸ਼ਰ ਰੂਪ, ਮੇਰੀ ਗਰੀਬ ਦੀ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਹੈ। ਜੋ ਮਹਾਨ ਹੈ ਮਹਾਰਾਜ, ਜਿਨ੍ਹਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਜੰਮਣ ਮਰਨ ਕੱਟਿਆ ਜਾਂਦਾ ਹੈ, ਐਸੇ ਸਤਿਗੁਰਾਂ ਜੀ ਦੇ ਚਰਨਾਂ 'ਤੇ ਮੇਰੀ ਨਮਸਕਾਰ ਹੈ। ਸਾਧ ਸੰਗਤ ਜੀ ਇੱਥੇ ਜਿਹੜਾ ਇਹ ਅਧਿਆਇ ਸੰਪੂਰਨ ਹੋਇਆ ਹੈ। ਮਹਾਰਾਜ ਜੀ ਨੇ ਜਿਸ ਕਾਰਜ ਵਾਸਤੇ ਕਲਯੁਗ ਦੇ ਸਮੇਂ ਦੀ ਖੋਟੀ ਚਾਲ ਵੇਖ ਕੇ ਧਰਤੀ ਉੱਪਰ ਜਿਹੜਾ ਸਰੀਰ ਧਾਰਨ ਕੀਤਾ ਹੈ, ਐਸੇ ਮਹਾਰਾਜ ਨੂੰ ਮੇਰੀ ਨਮਸਕਾਰ ਹੈ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਸੰਸਾਰ ਦੇ ਉੱਪਰ ਜਿਹੜਾ ਖੋਟਾ ਸਮਾਂ ਕਲਯੁਗ ਦਾ ਚੱਲ ਰਿਹਾ ਹੈ, ਪਖੰਡਵਾਦ ਬਹੁਤ ਵੱਧ ਗਿਆ, ਉਸ ਨੂੰ ਨਾਸ਼ ਕਰਨ ਵਾਸਤੇ ਤਿਆਰੀਆਂ ਗੁਰੂ ਜੀ ਕਰ ਰਹੇ ਹਨ। ਉਧਰ ਭਾਈ ਮਰਦਾਨਾ ਜੀ ਗੁਰੂ ਜੀ ਦੇ ਪ੍ਰੇਰੇ ਹੋਏ ਇੱਥੇ ਸੁਲਤਾਨਪੁਰ ਆ ਜਾਂਦੇ ਹਨ। ਅੱਗੇ ਜਿਵੇਂ ਕਥਾ ਵਿਚਾਰ ਆਵੇਗੀ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਮੋਲੇ ਕੋ ਪ੍ਰਸੰਗ ਵਰਨਨ ਨਾਮ 33ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ
ਜਿਹੜਾ 33ਵਾਂ ਅਧਿਆਇ ਉਹ ਸਮਾਪਤ ਹੋਇਆ। ਗੁਰੂ ਜੀ ਦੇ ਸੱਸ ਸਹੁਰਾ ਕਿਵੇਂ ਆਏ ਉਹ ਆਪਾਂ ਪ੍ਰਸੰਗ ਸਰਵਣ ਕੀਤਾ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਦੇਖ ਕੁਚਾਲ ਕਲ ਕਾਲ ਕੋ, ਧਰ ਪਰ ਵਪ ਧਰ ਜਾਹੇ। ਪੂਰਨਾ ਹੋਇਓ ਧਿਆਏ ਅਬ, ਨਮਸਕਾਰ ਮਮਤਾ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ, ਮੂਲੇ ਕੋ ਪ੍ਰਸੰਗ ਵਰਣਨ ਨਾਮ 33ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।